ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 20ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ ਜੋ ਪਿਛਲੇ ਟੌਪਿਕ ਕੀਤੀਆਂ ਸਨ ਨੇ ਅਤੇ ਜਿਹੜਾ ਸਪੈਸ਼ਲੀ ਆਪਾਂ ਜਿਹੜਾ ਪਿਛਲਾ ਟੌਪਿਕ ਕੀਤਾ ਹੈ ਰੈਕਟੀਫਿਕੇਸ਼ਨ ਆਫ ਐਰਰ, ਉਸਦੇ ਕੁਝ ਕੁਐਸਚਨਸ ਆ ਮੈਂ ਅੱਜ ਰਿਵੀਜ਼ਨ 'ਚ ਲਵਾਂਗਾ। ਜ਼ਿਆਦਾਤਰ ਜਿਹੜਾ 70-80% ਉਸਦੇ ਹੀ ਕੁਐਸਚਨ ਹੋਣਗੇ ਜਿਹਦੀ ਮੈਂ ਰਿਵੀਜ਼ਨ ਕਰਾਵਾਂਗਾ। ਬਾਕੀ ਕੁਝ 30% ਜਿਹੜੇ ਪਿਛਲੇ ਮੇਰੇ ਟੌਪਿਕ ਸੀ ਉਹਦੀ ਰਿਵੀਜ਼ਨ ਵੀ ਨਾਲ ਹੀ ਚੱਲੇਗੀ। ਤਾਂ ਅੱਜ ਮੇਰੇ ਕੋਲ 25 ਕੁਐਸਚਨਸ ਨੇ ਜੋ ਪਿਛਲੇ ਆਪਾਂ ਰਿਵੀਜ਼ਨ ਕਰ ਰਹੇ ਹਾਂ। ਠੀਕ ਹੈ ਫਰੈਂਡਸ, ਅਤੇ ਹਰੇਕ ਟੌਪਿਕ ਤੋਂ ਬਾਅਦ ਮੈਂ ਰਿਵੀਜ਼ਨ ਨਾਲ ਲੈ ਕੇ ਚੱਲਾਂਗਾ ਅਤੇ ਮੈਂ ਸੰਡੇ ਨੂੰ ਟੈਸਟ ਲਵਾਂਗਾ ਤੁਹਾਡਾ 50 ਕੁਐਸਚਨ ਦਾ ਟੈਸਟ ਹੋਏਗਾ। 50 ਕੁਐਸਚਨ ਵਿੱਚੋਂ ਤੁਹਾਨੂੰ ਜ਼ਿਆਦਾਤਰ ਕੁਐਸਚਨ ਠੀਕ ਕਰਨੇ ਨੇ। ਇਹ 50 ਕੁਐਸਚਨ ਦਾ ਜਿਹੜੇ ਕੁਐਸਚਨ ਹੋਣਗੇ ਉਹ ਜਿਹੜੇ ਜਿੰਨੇ ਅੱਜ ਤੱਕ ਮੈंने ਟੌਪਿਕ ਕਰਾਏ ਹੈ 20 ਲੈਕਚਰਾਂ ਵਿੱਚ, ਤਾਂ ਉਸਦਾ ਮੈਂ ਟੈਸਟ ਲਵਾਂਗਾ। ਉਹ ਲਵਾਂਗਾ ਮੈਂ ਸੰਡੇ ਨੂੰ ਟੈਸਟ ਲਵਾਂਗਾ। ਅੱਜ ਮੈਂ ਰਿਵੀਜ਼ਨ ਕਰਾ ਰਿਹਾ ਜਿਹੜਾ ਮੈਂ ਹਰੇਕ ਟੌਪਿਕ ਤੋਂ ਬਾਅਦ ਕਰਾਉਣਾ ਹੀ ਹਾਂ। ਠੀਕ ਹੈ ਨਾ ਫਰੈਂਡਸ, ਤਾਂ ਅੱਜ ਮੈਂ ਪਹਿਲਾ ਕੁਐਸਚਨ ਕਰਾ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਇਬਿਲਿਟੀ ਆਫ ਦੀ ਫਰਮ। ਇਸ ਵਿੱਚੋਂ ਕਿਹੜੀ ਲਾਇਬਿਲਿਟੀ ਆ ਫਰਮ ਦੀ ਦੱਸੋ। ਡੈਬਿਟ ਬੈਲੈਂਸ ਆਫ ਦੀ ਐਨਾਲੀਟੀਕਲ ਪੈਟੀ ਕੈਸ਼ ਬੁੱਕ, ਕ੍ਰੈਡਿਟ ਬੈਲੈਂਸ ਆਫ ਦੀ ਬੈਂਕ ਪਾਸਬੁੱਕ, ਡੈਬਿਟ ਬੈਲੈਂਸ ਆਫ ਬੈਂਕ ਕਾਲਮ ਕੈਸ਼ ਬੁੱਕ, ਕ੍ਰੈਡਿਟ ਬੈਲੈਂਸ ਆਫ ਦੀ ਬੈਂਕ ਕਾਲਮ ਆਫ ਦੀ ਕੈਸ਼ ਬੁੱਕ। ਜਲਦੀ ਦੱਸੋ ਇਹ 'ਚੋਂ ਕਿਹੜੀ ਲਾਇਬਿਲਿਟੀ ਹੈ, ਮਤਲਬ ਕਿ ਕਿਹੜੀ ਦੇਣਦਾਰੀ ਬਣ ਗਈ ਉਹਦੀ ਇੱਕ ਤਰ੍ਹਾਂ ਨਾਲ। ਦੇਣਦਾਰੀ ਬਣ ਗਈ ਲਾਇਬਿਲਿਟੀ ਮਤਲਬ ਉਸਦੇ ਲਈ ਦੇਣਦਾਰੀ ਬਣ ਗਈ, ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਇੰਨੀ ਮੇਰੀ ਦੇਣਦਾਰੀ ਹੈ। ਤਾਂ ਦੱਸੋ ਇਹ 'ਚੋਂ ਕਿਹੜੀ ਚੀਜ਼ ਇਹਦੀ ਦੇਣਦਾਰੀ ਬਣੇਗੀ। ਚਾਰੋਂ ਆਪਸ਼ਨਾਂ ਵਿੱਚੋਂ ਕਿਹੜਾ ਆਪਸ਼ਨ ਠੀਕ ਹੋਏਗਾ। 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਡੀ। ਕਿਉਂ ਆਏਗਾ, ਤੁਸੀਂ ਆਪਾਂ ਜੇ ਹਰੇਕ ਆਪਸ਼ਨ ਦੇਖੀਏ ਡੈਬਿਟ ਬੈਲੈਂਸ ਆਫ ਪੈਟੀ ਕੈਸ਼ ਬੁੱਕ, ਤੁਸੀਂ ਜੇ ਪੈਟੀ ਕੈਸ਼ ਬੁੱਕ ਦੇਖਿਆ ਹੋਵੇ ਤਾਂ ਪੈਟੀ ਕੈਸ਼ ਬੁੱਕ ਹੈ ਇਹ ਡੈਬਿਟ ਬੈਲੈਂਸ ਹੈ, ਇਹ ਕ੍ਰੈਡਿਟ ਬੈਲੈਂਸ ਹੈ, ਇਹ ਰਿਸਿਪਟ ਸਾਈਡ ਹੈ, ਇਹ ਪੇਮੈਂਟ ਸਾਈਡ ਹੈ। ਰਿਸਿਪਟ ਸਾਈਡ ਦਾ ਜੇ ਡੈਬਿਟ ਬੈਲੈਂਸ ਪੁੱਛ ਰਹੇ ਨੇ, ਜੇ ਡੈਬਿਟ ਬੈਲੈਂਸ ਆ ਰਿਹਾ ਇਸਦਾ ਮਤਲਬ ਕਿ ਰਿਸਿਪਟਸ ਜ਼ਿਆਦਾ ਨੇ ਪੇਮੈਂਟਸ ਨਾਲੋਂ। ਜੇ ਪੇਮੈਂਟਸ ਨਾਲੋਂ ਰਿਸਿਪਟਸ ਜ਼ਿਆਦਾ ਨੇ, ਸਾਡੇ ਕੋਲ ਜ਼ਿਆਦਾ ਪੈਸਾ ਆਇਆ ਦੇਣ ਨਾਲੋਂ ਜ਼ਿਆਦਾ ਪੈਸਾ, ਤਾਂ ਇਸਦਾ ਮਤਲਬ ਫੇਵਰੇਬਲ ਹੈ। ਤਾਂ ਫੇਵਰੇਬਲ ਹੈ ਤਾਂ ਇਹ ਆਪਸ਼ਨ ਤਾਂ ਗਲਤੀ ਹੋ ਜਾਏਗਾ। ਠੀਕ ਹੈ। ਦੂਜਾ ਪਾਸਬੁੱਕ ਜਿਹੜੇ ਤੁਸੀਂ ਕਦੀ ਦੇਖੀ ਹੋਣੀ, ਪਾਸਬੁੱਕ ਦੀ ਉਰੇ ਗੱਲ ਕੀਤੀ ਜਾ ਰਹੀ ਹੈ। ਪਾਸਬੁੱਕ ਇੱਕ ਤਾਂ ਹੁੰਦਾ ਹੈ ਇਹ ਡੈਬਿਟ 'ਚ ਜਿਹੜਾ ਆਪਾਂ ਨੇ ਅਮਾਊਂਟ ਕਢਾਈ ਹੁੰਦੀ ਹੈ, ਇੱਕ ਹੁੰਦੀ ਕ੍ਰੈਡਿਟ। ਜੇ ਆਪਾਂ ਨੇ 1000 ਰੁਪਏ ਜਾ ਕੇ ਜਮ੍ਹਾਂ ਕਰਾਇਆ, ਤੁਸੀਂ ਕਦੇ ਵੀ ਦੇਖਣਾ ਬੈਂਕ ਪਾਸਬੁੱਕ, ਉਰੇ ਬੈਂਕ ਪਾਸਬੁੱਕ ਦੀ ਗੱਲ ਕੀਤੀ ਜਾ ਰਹੀ, ਕੈਸ਼ ਬੈਂਕ ਕਾਲਮ ਦੀ ਗੱਲ ਨਹੀਂ ਕੀਤੀ ਜਾ ਰਹੀ। ਉਰੇ 1000 ਰੁਪਏ ਜਿਹੜਾ ਜਮ੍ਹਾਂ ਕਰਾਉਂਦੇ ਹਾਂ ਆਪਾਂ ਬੈਂਕ ਪਾਸਬੁੱਕ, ਜਦੋਂ ਆਪਾਂ ਅਪਡੇਟ ਕਰਦੇ ਐਂਟਰ ਕੀਤਾ 1000 ਰੁਪਏ ਕ੍ਰੈਡਿਟ ਲਿਖਿਆ ਆਉਂਦਾ। ਜੇ 1000 ਰੁਪਏ ਕ੍ਰੈਡਿਟ ਲਿਖਿਆ ਆ ਰਿਹਾ ਇਸਦਾ ਮਤਲਬ ਫੇਵਰੇਬਲ ਹੈ, ਯਾਨੀ ਕਿ 1000 ਰੁਪਏ ਪਿਆ ਤੁਹਾਡਾ ਬੈਂਕ ਵਿੱਚ, ਤਾਂ ਇਹ ਐਂਟਰੀ ਵੀ ਨਹੀਂ ਹੋਏਗੀ। ਡੈਬਿਟ ਬੈਲੈਂਸ ਆਫ ਬੈਂਕ ਕਾਲਮ ਆਫ ਕੈਸ਼ ਬੁੱਕ, ਸੇਮ ਗੱਲ ਆ ਗਈ ਪੈਟੀ ਕੈਸ਼ ਵਾਂਗ। ਇਹ ਡੈਬਿਟ ਸਾਈਡ ਹੈ, ਇਹ ਰਿਸਿਪਟ ਸਾਈਡ ਹੈ, ਇਹ ਪੇਮੈਂਟ ਸਾਈਡ ਹੈ। ਜੇ ਰਿਸਿਪਟ ਸਾਈਡ ਜ਼ਿਆਦਾ ਹੈ ਪੇਮੈਂਟ ਨਾਲੋਂ ਤਾਂ ਡੈਬਿਟ ਬੈਲੈਂਸ ਆ ਰਿਹਾ। ਡੈਬਿਟ ਬੈਲੈਂਸ ਇਸਦਾ ਮਤਲਬ ਫੇਵਰੇਬਲ ਬੈਲੈਂਸ ਹੈ, ਠੀਕ ਹੈ ਨਾ। ਜੇ ਫੇਵਰੇਬਲ ਬੈਲੈਂਸ ਹੈ ਤਾਂ ਇਹ ਵੀ ਨਹੀਂ ਹੋਏਗਾ, ਤਾਂ ਡੀ ਆਪਸ਼ਨ ਹੋਏਗਾ ਕ੍ਰੈਡਿਟ ਬੈਂਕ ਆਫ ਦੀ ਬੈਂਕ ਕਾਲਮ ਆਫ ਦੀ ਕੈਸ਼ ਬੁੱਕ। ਬੈਂਕ ਦਾ ਵੀ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ ਹੈ ਜੇ ਕ੍ਰੈਡਿਟ 'ਚ ਆ ਰਿਹਾ, ਇਸਦਾ ਮਤਲਬ ਪੇਮੈਂਟਸ ਵੱਲ ਆ ਰਿਹਾ, ਕ੍ਰੈਡਿਟ ਬੈਲੈਂਸ ਆ ਰਿਹਾ, ਪੇਮੈਂਟ ਜ਼ਿਆਦਾ ਹੋ ਰਹੀਆਂ ਨੇ ਬੈਂਕ ਦੀਆਂ ਪੇਮੈਂਟ। ਜਿਹੜੀ ਡਬਲ ਕਾਲਮ ਆਫ ਕੈਸ਼ ਬੁੱਕ ਹੈ ਉਸ ਵਿੱਚ ਬੈਂਕ ਦੀਆਂ ਪੇਮੈਂਟ ਜ਼ਿਆਦਾ ਹੋ ਰਹੀਆਂ ਨੇ। ਠੀਕ ਹੈ, ਬੈਂਕ ਕਾਲਮ ਆਫ ਕੈਸ਼ ਬੁੱਕ 'ਚ ਗੱਲ ਕਰ ਲਿਆ ਕ੍ਰੈਡਿਟ ਬੈਲੈਂਸ ਦੀ। ਜੇ ਜ਼ਿਆਦਾ ਹੋ ਰਹੀ ਇਸਦਾ ਮਤਲਬ ਓਵਰਡਰਾਫਟ ਮਿਲਿਆ ਹੋਇਆ ਸਾਨੂੰ ਬੈਂਕ ਵੱਲੋਂ, ਤਾਂ ਇਸਦਾ ਮਤਲਬ ਉਹਦਾ ਕ੍ਰੈਡਿਟ ਬੈਲੈਂਸ ਆਏਗਾ। ਠੀਕ ਹੈ ਨਾ, ਇਹ ਮੇਰੀ ਦੇਣਦਾਰੀ ਹੈ, ਮੈਨੇ ਬੈਂਕ ਨੂੰ ਵਾਪਸ ਕਰਨੇ, ਮਤਲਬ ਕਿ ਇੱਕ ਤਰ੍ਹਾਂ ਨਾਲ ਮੇਰਾ ਬੈਂਕ ਨੂੰ ਵਾਪਸ ਕਰਨਾ ਪੈਸੇ। ਠੀਕ ਹੈ, ਇੱਕ ਤਰ੍ਹਾਂ ਦੀ ਲਾਇਬਿਲਿਟੀ ਬਣ ਗਈ। ਠੀਕ ਹੈ, ਇਹ ਜੇ ਆਪਾਂ ਇਹ ਡੀ ਆਪਸ਼ਨ ਦੇਖੀਏ ਅਤੇ ਇੱਕ ਆਪਾਂ ਬੀ ਆਪਸ਼ਨ ਦੇਖੀਏ, ਦੋਨਾਂ 'ਚ ਫ਼ਰਕ ਹੈ। ਇਹ ਮੇਰੀ ਬਿਜ਼ਨਸ ਦੀ ਕੈਸ਼ ਬੁੱਕ ਹੈ। ਠੀਕ ਹੈ, ਇਹ ਮੇਰੀ ਬੈਂਕ ਸਟੇਟਮੈਂਟ ਹੈ। ਬੈਂਕ ਸਟੇਟਮੈਂਟ ਮਤਲਬ ਬੈਂਕ ਦੀ ਪਾਸਬੁੱਕ ਹੈ, ਬੈਂਕ ਵੱਲੋਂ ਅਪਡੇਟ ਕੀਤੀ ਹੋਈ ਐਂਟਰੀ ਹੈ। ਦੋਨਾਂ ਵਿੱਚ ਫ਼ਰਕ ਹੈ। ਠੀਕ ਹੈ ਫਰੈਂਡਸ। ਦੂਜਾ ਹੈਗਾ ਕੈਸ਼ ਅਕਾਊਂਟ ਕੀ ਹੈ, ਪਰਸਨਲ ਅਕਾਊਂਟ ਹੈ, ਨੋਮੀਨਲ ਅਕਾਊਂਟ ਹੈ, ਰੀਅਲ ਅਕਾਊਂਟ ਹੈ ਜਾਂ ਡੰਮੀ ਅਕਾਊਂਟ ਹੈ। ਜਲਦੀ ਦੱਸੋ। ਜਿਹੜਾ ਪਿਛਲਾ ਲੈਕਚਰ ਆਇਆ ਸੀ ਉਹਦੇ ਨਾਲ ਹੀ ਟੌਪਿਕ ਹੋਣਗੇ, ਉਹ ਅੱਗੇ ਆ ਕੇ ਕੁਐਸਚਨ ਆਉਣਗੇ ਤੁਹਾਡੇ ਕੋਲ। ਫਿਲਹਾਲ ਮੈਂ ਜਿਹੜੇ ਪਿਛਲੇ ਟੌਪਿਕ ਸੀ ਉਹਦੀ ਵੀ ਰਿਵੀਜ਼ਨ ਨਾਲ ਚੱਲ ਰਹੀ ਹੈ ਨਾ, ਤਾਂ ਪਹਿਲੇ ਕੁਐਸਚਨ ਉਹ ਆ ਰਹੇ ਨੇ। ਦੱਸੋ ਉਹ 'ਚ ਕਿਹੜਾ ਠੀਕ ਹੋਏਗਾ। ਕੈਸ਼ ਅਕਾਊਂਟ ਪਰਸਨਲ ਹੈ, ਨੋਮੀਨਲ ਹੈ, ਰੀਅਲ ਹੈ, ਡੰਮੀ ਹੈ। 5 ਸੈਕਿੰਡ ਤੁਹਾਡੇ ਕੋਲ। ਇਹ ਹੋਏਗਾ ਸੀ ਆਪਸ਼ਨ। ਡੈਬਿਟ ਮਤਲਬ ਵਟ ਕਮਸ ਇਨ, ਕ੍ਰੈਡਿਟ ਮਤਲਬ ਵਟ ਗੋਜ਼ ਆਊਟ, ਪਲੱਸ ਮਾਈਨਸ। ਕੈਸ਼ ਪਲੱਸ ਹੋਇਆ ਤਾਂ ਡੈਬਿਟ, ਮਾਈਨਸ ਹੋਇਆ ਤਾਂ ਕ੍ਰੈਡਿਟ। ਇਹ ਹੁੰਦਾ ਰੀਅਲ ਅਕਾਊਂਟ। ਜੇ ਆਪਾਂ ਇਹ ਸਟੇਟਮੈਂਟ ਦੇਖੀਏ ਤਾਂ ਇਹਨੂੰ ਕਹਿੰਦੇ ਰੀਅਲ ਅਕਾਊਂਟ। ਠੀਕ ਹੈ,
ਅੱਗੇ ਹੈਗਾ ਵਿਚ ਕਾਲਮ ਆਫ ਦੀ ਕੈਸ਼ ਬੁੱਕ ਇਜ਼ ਨੈਵਰ ਬੈਲੈਂਸ, ਕਿਸ ਦਾ ਹਮੇਸ਼ਾ ਬੈਲੈਂਸ ਨਹੀਂ ਹੁੰਦਾ। ਜਿਵੇਂ ਆਪਾਂ ਮੈਂ ਤੁਹਾਨੂੰ ਕਦੀ ਲੈਜਰ ਬਣਾ ਕੇ ਦਿਖਾਇਆ ਸੀ, ਪਰਟੀਕੂਲਰ ਅਕਾਊਂਟ ਬਣਾ ਕੇ ਦਿਖਾਇਆ ਸੀ, ਕੈਸ਼ ਦਾ ਅਕਾਊਂਟ ਬਣਾਇਆ ਸੀ ਆਪਾਂ ਨੇ, ਆਪਾਂ ਟੋਟਲ ਕਰਦੇ ਹੁੰਦੇ ਸੀ। ਠੀਕ ਹੈ, ਟੋਟਲ ਕਰਦੇ ਸੀ। ਟੋਟਲ ਕਰਨ ਤੋਂ ਪਹਿਲਾਂ ਆਪਾਂ ਕੀ ਕਰਦੇ ਸੀ, ਕੈਰੀ ਡਾਊਨ ਕਰਦੇ ਸੀ, ਕੈਰੀ ਡਾਊਨ ਕਰਦੇ ਸੀ। ਅਤੇ ਕੈਰੀ ਡਾਊਨ ਕਰਕੇ ਇਹਨੂੰ ਜੇ ਇਹ ਜ਼ਿਆਦਾ ਸੀ ਅਤੇ ਇਹ ਘੱਟ ਸੀ ਤਾਂ ਇਹਨਾਂ 'ਚੋਂ ਇਹਨੂੰ ਮਾਈਨਸ ਕਰਕੇ ਕੈਰੀ ਡਾਊਨ ਆ ਜਾਂਦਾ ਸੀ। ਇੰਨੀ ਅਮਾਊਂਟ ਆ ਜਾਂਦੀ, ਉਹ ਟ੍ਰਾਂਸਫਰ ਹੋ ਕੇ ਬੈਲੈਂਸ ਡੈਬਿਟ ਸਾਈਡ 'ਤੇ ਆ ਜਾਂਦਾ ਸੀ, ਬਰੋ ਡਾਊਨ ਬਣ ਜਾਂਦਾ ਸੀ। ਠੀਕ ਹੈ, ਬਟ ਉਰੇ ਪੁੱਛ ਰਿਹਾ ਕਿ ਜੇ ਕੈਸ਼ ਬੁੱਕ ਵਿੱਚ ਜਿਹੜਾ ਕਿਹੜੀ ਚੀਜ਼ ਐਸੀ ਹੁੰਦੀ ਹੈ ਜੋ ਬੈਲੈਂਸ ਨਹੀਂ ਹੁੰਦੀ, ਜਿਹਦਾ ਆਪਾਂ ਕੈਰੀ ਡਾਊਨ ਜਾਂ ਬਰੋ ਡਾਊਨ ਨਹੀਂ ਕਰੀਦਾ ਹੁੰਦਾ, ਉਹ ਕਿਹੜੀ ਚੀਜ਼ ਹੁੰਦੀ ਹੈ ਜਿਹਦਾ ਨਹੀਂ ਕਰਦੇ ਆਪਾਂ, ਦੱਸੋ ਕਿਹੜੀ ਚੀਜ਼ ਹੋਏਗੀ। ਕੈਸ਼ ਹੋਏਗਾ, ਬੈਂਕ ਹੋਏਗਾ, ਪੈਟੀ ਕੈਸ਼ ਹੋਏਗਾ ਜਾਂ ਡਿਸਕਾਊਂਟ ਕੋਲਮ ਹੋਏਗਾ। ਕਿਹੜਾ ਆਪਸ਼ਨ ਠੀਕ ਹੋਏਗਾ ਜਿਹੜਾ ਬੈਲੈਂਸ ਨਹੀਂ ਹੁੰਦਾ, ਜਿਹਦਾ ਹਮੇਸ਼ਾ ਬੈਲੈਂਸ ਨਹੀਂ ਹੁੰਦਾ, ਦੱਸੋ। ਇਹਦਾ ਹਮੇਸ਼ਾ ਟੋਟਲ ਹੁੰਦਾ। ਜੋ ਤੁਹਾਨੂੰ ਮੈਂ ਕੈਸ਼ ਬੁੱਕ ਕਰਾਇਆ, ਤੁਹਾਨੂੰ ਮੈਂ ਦੱਸਿਆ ਸੀ, ਇਹਦਾ ਹੋਏਗਾ ਇਹ ਨੈਵਰ ਬੈਲੈਂਸਡ ਡਿਸਕਾਊਂਟ ਕੋਲਮ। ਡਿਸਕਾਊਂਟ ਕੋਲਮ ਤੁਸੀਂ ਕਦੀ ਵੀ ਦੇਖਿਆ ਹੋਣਾ, ਡਬਲ ਕੋਲਮ ਕੈਸ਼ ਬੁੱਕ 'ਚ, ਡਬਲ ਨਹੀਂ, ਆਈ ਥਿੰਕ ਟ੍ਰਿਪਲ ਕੋਲਮ। ਟ੍ਰਿਪਲ ਕੋਲਮ 'ਚ ਦੇਖਿਆ ਹੋਣਾ, ਇਹ ਕੈਸ਼ ਦੀ, ਇਹ ਬੈਂਕ ਦੀ, ਇਹ ਡਿਸਕਾਊਂਟ ਦੀ। ਇਹ ਦੋਨਾਂ 'ਚ ਤਾਂ ਡੈਬਿਟ ਅਤੇ ਕ੍ਰੈਡਿਟ ਬੈਲੈਂਸ ਹੁੰਦਾ, ਬਟ ਡਿਸਕਾਊਂਟ ਇੱਕ ਐਸੀ ਚੀਜ਼ ਹੈ ਜਿਹਦਾ ਹਮੇਸ਼ਾ ਟੋਟਲ ਹੁੰਦਾ, ਦੋਨੋਂ ਸਾਈਡ, ਰਿਸਿਪਟ ਸਾਈਡ ਵੀ ਅਤੇ ਪੇਮੈਂਟ ਸਾਈਡ ਵੀ, ਇਹਦਾ ਵੀ ਹਮੇਸ਼ਾ ਟੋਟਲ ਹੁੰਦਾ। ਠੀਕ ਹੈ, ਅੱਗੇ ਹੈ ਦ ਟੋਟਲ ਆਫ ਦੀ ਡੈਬਿਟ ਸਾਈਡ ਔਰ ਡਿਸਕਾਊਂਟ ਕੋਲਮ ਆਫ ਦੀ ਕੈਸ਼ ਬੁੱਕ। ਦ ਟੋਟਲ ਆਫ ਡੈਬਿਟ ਸਾਈਡ ਆਫ ਦੀ ਡਿਸਕਾਊਂਟ ਆਫ ਦੀ ਕੈਸ਼ ਬੁੱਕ ਨੂੰ ਆਪਾਂ ਕੀ ਕਹਾਂਗੇ, ਮਤਲਬ ਕੀ ਦੇਖਾਂਗੇ ਆਪਾਂ, ਮਤਲਬ ਉਸਨੂੰ ਕਿਸ ਅਕਾਊਂਟ 'ਚ ਪਾਵਾਂਗੇ ਆਪਾਂ, ਜਿਹੜਾ ਟੋਟਲ ਆਫ ਡੈਬਿਟ ਸਾਈਡ ਆ ਰਿਹਾ। ਤੁਹਾਨੂੰ ਮੈਂ ਪਹਿਲੇ ਇਹ ਦੱਸ ਦਵਾਂ ਜਿਹੜਾ ਟੋਟਲ ਡੈਬਿਟ ਸਾਈਡ ਡਿਸਕਾਊਂਟ ਕੋਲਮ ਹੈ, ਉਹਦਾ ਕੀ ਮਤਲਬ ਹੋਇਆ, ਫਿਰ ਤੁਹਾਨੂੰ ਇਹਦਾ ਆਨਸਰ ਵੀ ਪਤਾ ਲੱਗ ਜਾਏਗਾ। ਸਪੋਜ਼ ਕਰੋ ਆ ਦੇਖੋ, ਇਹ ਮੈਂ ਕੈਸ਼ ਬੁੱਕ ਬਣਾ ਰਿਹਾ, ਕੈਸ਼ ਬੁੱਕ ਹੈ, ਠੀਕ ਹੈ, ਟ੍ਰਿਪਲ ਕੋਲਮ ਕੈਸ਼ ਬੁੱਕ ਹੈ। ਕੈਸ਼ ਦੀ ਐਂਟਰੀ, ਬੈਂਕ ਦੀ ਐਂਟਰੀ ਅਤੇ ਡਿਸਕਾਊਂਟ ਦੀ ਐਂਟਰੀ, ਇਹ ਰਿਸਿਪਟ ਸਾਈਡ ਹੈ, ਅਤੇ ਇਵੇਂ ਸੇਮ ਉਰੇ ਪੇਮੈਂਟ ਸਾਈਡ ਹੈ। ਇਹ ਡੈਬਿਟ ਹੈ, ਇਹ ਕ੍ਰੈਡਿਟ ਹੈ। ਠੀਕ ਹੈ, ਇਹ ਕ੍ਰੈਡਿਟ ਹੈ। ਜੇ ਮੇਰੀ ਡੈਬਿਟ 'ਚ ਮੈਂ ਡਿਸਕਾਊਂਟ ਦੇ ਰਿਹਾ, ਡਿਸਕਾਊਂਟ ਲਿਖ ਰਿਹਾ, ਇਸਦਾ ਮਤਲਬ ਮੇਰੇ ਕੋਲ ਜਿਹੜੀ ਰਿਸਿਪਟਸ ਆ ਰਹੀ ਸੀ, ਮੈਂ ਉਹਦੇ ਉੱਪਰ ਡਿਸਕਾਊਂਟ ਦਿੱਤਾ। ਠੀਕ ਹੈ, ਇਸਦਾ ਮਤਲਬ ਮੈंने ਡਿਸਕਾਊਂਟ ਅਲਾਊਡ ਕੀਤਾ। ਠੀਕ ਹੈ, ਜੇ ਡੈਬਿਟ ਸਾਈਡ 'ਤੇ ਆ ਰਹੀ ਹੈ ਤਾਂ ਮੈਂ ਡਿਸਕਾਊਂਟ ਅਲਾਊਡ ਕੀਤਾ। ਜੇ ਆ ਰਹੀ ਹੈ ਪੇਮੈਂਟ ਸਾਈਡ 'ਤੇ, ਜੇ ਆਵੇ ਪੇਮੈਂਟ ਸਾਈਡ 'ਤੇ, ਪੇਮੈਂਟ ਸਾਈਡ 'ਤੇ ਕ੍ਰੈਡਿਟ ਸਾਈਡ, ਇਸਦਾ ਮਤਲਬ ਜੇ ਇਹ ਡਿਸਕਾਊਂਟ ਹੈ, ਇਹ ਬੈਂਕ ਹੈ, ਇਹ ਕੈਸ਼ ਹੈ। ਠੀਕ ਹੈ, ਜੇ ਮੈਨੂੰ ਡਿਸਕਾਊਂਟ ਮਿਲੇ ਕ੍ਰੈਡਿਟ ਸਾਈਡ 'ਤੇ, ਪੇਮੈਂਟ ਸਾਈਡ 'ਤੇ, ਇਸਦਾ ਮਤਲਬ ਮੈਨੂੰ ਡਿਸਕਾਊਂਟ ਰਿਸੀਵ ਹੋਇਆ। ਠੀਕ ਹੈ, ਮੈਂ ਕੋਈ ਪੇਮੈਂਟ ਕਰ ਰਿਹਾ ਤਾਂ ਜਦੋਂ ਮੈਨੂੰ ਡਿਸਕਾਊਂਟ ਮਿਲ ਗਿਆ, ਔਰ ਡਿਸਕਾਊਂਟ ਰਿਸੀਵਡ। ਜੇ ਰਿਸਿਪਟ ਸਾਈਡ ਆਵੇ ਤਾਂ ਉੱਥੇ ਡਿਸਕਾਊਂਟ ਆਵੇ ਤਾਂ ਉਹ ਹੁੰਦਾ ਡਿਸਕਾਊਂਟ ਅਲਾਊਡ। ਠੀਕ ਹੈ, ਦੱਸੋ ਇਹ 'ਚੋਂ ਕਿਹੜਾ ਆਪਸ਼ਨ ਠੀਕ ਹੋਏਗਾ ਹੁਣ। ਬੈਲੈਂਸ ਵਿਦ ਦ ਕ੍ਰੈਡਿਟ ਸਾਈਡ ਆਫ ਦ ਡਿਸਕਾਊਂਟ ਕੋਲਮ, ਪੋਜ਼ਿਟਿਵ ਟੂ ਡਿਸਕਾਊਂਟ ਅਲਾਊਡ ਅਕਾਊਂਟ, ਪੋਜ਼ਿਟਿਵ ਟੂ ਡਿਸਕਾਊਂਟ ਰਿਸੀਵਡ ਅਕਾਊਂਟ, ਪੋਜ਼ਿਟਿਵ ਟੂ PLN ਅਕਾਊਂਟ। ਦੱਸੋ ਇਹ 'ਚੋਂ ਕਿਹੜਾ ਆਪਸ਼ਨ ਠੀਕ ਹੋਏਗਾ। ਜਿਹੜਾ ਡੈਬਿਟ ਸਾਈਡ ਦਾ ਟੋਟਲ ਹੈ, ਉਹਨੂੰ ਮੈਂ ਕਿਸ ਵਿੱਚ ਟ੍ਰਾਂਸਫਰ ਕਰਾਂ, ਜਾਂ ਪੋਸਟ ਕਰਾਂਗਾ, ਜਾਂ ਮੈਂ ਬੈਲੈਂਸ ਮਿਲਾਵਾਂਗਾ ਕ੍ਰੈਡਿਟ ਸਾਈਡ, ਕੁਛ ਵੀ ਕਰਾਂਗਾ, ਦੱਸੋ ਮੈਨੂੰ ਕੀ ਕਰਾਂਗਾ ਮੈਂ। A ਹੋਏਗਾ, B ਹੋਏਗਾ, C ਹੋਏਗਾ, D ਹੋਏਗਾ। ਇਹ ਹੋਏਗਾ ਪੋਜ਼ਿਟਿਵ ਡਿਸਕਾਊਂਟ ਅਲਾਊਡ ਅਕਾਊਂਟ। ਮੈਂ ਤੁਹਾਨੂੰ ਹੁਣੇ ਦੱਸਿਆ, ਜੇ ਸਾਨੂੰ ਰਿਸਿਪਟ ਸਾਈਡ 'ਤੇ ਹੈ ਤਾਂ ਮੈਂ ਡਿਸਕਾਊਂਟ ਅਲਾਊਡ ਕਰ ਰਿਹਾ, ਇਹਦਾ ਮਤਲਬ ਮੈਂ ਖਰਚਾ ਕਰ ਰਿਹਾ, ਐਕਸਪੈਂਸ ਕਰ ਰਿਹਾ। ਜੇ ਇਹੀ ਪੇਮੈਂਟ ਸਾਈਡ 'ਤੇ ਮੈਨੂੰ ਮਿਲਿਆ ਹੁੰਦਾ ਡਿਸਕਾਊਂਟ, ਪੇਮੈਂਟ ਸਾਈਡ 'ਤੇ ਮਿਲਿਆ ਹੁੰਦਾ ਤਾਂ ਉਹ ਡਿਸਕਾਊਂਟ ਰਿਸੀਵਡ ਹੁੰਦਾ, ਇੱਕ ਤਰ੍ਹਾਂ ਨਾਲ ਇਨਕਮ ਹੁੰਦੀ। ਠੀਕ ਹੈ, ਕੈਸ਼ ਸੇਲਸ ਫॉर ਟ੍ਰੇਡਿੰਗ ਗੁਡਸ ਇਜ਼ ਇਨੀਸ਼ੀਅਲੀ ਜਨਰਲਾਈਜ਼ਡ ਇਨ। ਜੇ ਮੇਰੀ ਕੈਸ਼ ਸੇਲ ਹੋ ਰਹੀ ਹੈ ਟ੍ਰੇਡਿੰਗ ਗੁਡਸ ਦੀ, ਤਾਂ ਉਹਨੂੰ ਮੈਂ ਕਿਸ 'ਚ ਪਾਵਾਂਗਾ ਮੈਂ। ਸੇਲ ਅਕਾਊਂਟ, ਟ੍ਰੇਡਿੰਗ ਅਕਾਊਂਟ, ਸਸਪੈਂਸ ਅਕਾਊਂਟ, ਕੈਸ਼ ਜਨਰਲ, ਦੱਸੋ। ਕੈਸ਼ 'ਚ ਸੇਲ ਹੋ ਰਹੀ ਹੈ, ਇਹ ਹੋਏਗਾ ਕੈਸ਼ ਜਨਰਲ ਵਿੱਚ। ਠੀਕ ਹੈ, B ਆਪਸ਼ਨ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਕੰਟੀਜੈਂਸੀਜ਼। ਕੰਟੀਜੈਂਸੀ ਤੁਹਾਨੂੰ ਮੈਂ ਦੱਸਿਆ ਸੀ, ਜਿੱਦਾਂ ਮੈਨੂੰ ਪਤਾ ਨਹੀਂ ਕਿ ਅੱਗੇ ਜਾ ਕੇ ਉਹ ਚੀਜ਼ ਮੈਨੇ ਇੰਨੀ ਪੇਮੈਂਟ ਕਰਨੀ ਹੈ ਜਾਂ ਨਹੀਂ ਕਰਨੀ। ਠੀਕ ਹੈ, ਕਿੰਨੀ ਪੇਮੈਂਟ ਕਰਨੀ, 10,000 ਕਰਨਾ, 8,000 ਕਰਨਾ, ਕੁਛ ਪਤਾ ਨਹੀਂ ਹੈ, ਡਿਸਪਿਊਟ 'ਚ ਮਾਮਲਾ ਉਹ। ਪਹਿਲਾ ਆਪਸ਼ਨ ਹੈ ਕੰਪਲਸਰੀ ਐਕੁਜੀਸ਼ਨ ਆਫ ਪਾਰਟ ਆਫ ਦੀ ਕੰਪਨੀ ਔਰ ਬਾਈ ਦਾ ਗੌਰਮੈਂਟ, ਅ ਸੂਟ ਫਾਈਲਡ ਬਾਈ ਦਾ ਇੰਪਲੋਈ ਅੰਗੇਜ ਦਾ ਕੰਪਨੀ। C ਆਪਸ਼ਨ ਹੈ ਡੈਬਿਟ ਟੂ ਆਫ ਦਾ ਕੰਪਨੀਜ਼ ਡਿਕਲੇਅਰ ਇੰਸਟਾਲਮੈਂਟ ਰਿਜ਼ਲਟਿੰਗ ਇਨ ਬੈਡ ਡੈਟਸ ਟੂ ਦਾ ਕੰਪਨੀ। ਅਤੇ D ਆਪਸ਼ਨ ਹੈ ਆਲ ਆਫ ਦੀ A ਐਂਡ B ਐਂਡ C। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ। ਜਦ ਕੰਪਨੀ ਦੀ ਐਕੁਜੀਸ਼ਨ ਆਫ ਪਾਰਟ ਜਿਹੜਾ ਉਹ ਗੌਰਮੈਂਟ ਨੇ ਹਾਇਰ ਕਰ ਲਿਆ,
ठीक है। ਜਾਂ ਸੂਟ ਫਾਈਲ ਜਿਹੜੀ ਕਿ ਇੰਪਲੋਏ ਨੇ ਕੇਸ ਫਾਈਲ ਕਰਤਾ ਜਿਸ ਨੇ ਪੈਸੇ ਤੁਹਾਨੂੰ ਦੇਣੇ ਸੀ, ਜਾਂ ਜਿਸਨੇ ਤੁਹਾਨੂੰ ਪੈਸੇ ਦੇਣੇ ਸੀ, ਜਿਸ ਨੂੰ ਤੁਹਾਨੂੰ ਪੈਸੇ ਦੇਣੇ ਸੀ, ਜਿਵੇਂ ਸਪੋਜ਼ ਕਰੋ ਹੋਰ ਇਕੱਲਾ ਕੰਟੀਜੈਂਸੀ ਪੁੱਛਿਆ, ਇਹ ਕੰਟੀਜੈਂਸੀ ਰੈਵਨਿਊ 'ਚ ਵੀ ਹੋ ਸਕਦਾ, ਜ਼ਿਆਦਾਤਰ ਇਹ ਲਾਇਬਿਲਿਟੀ 'ਚ ਹੀ ਹੁੰਦਾ, ਆਪਾਂ ਲਾਇਬਿਲਿਟੀ ਵਾਲਾ ਹੀ ਸ਼ੋਅ ਕਰੀਦਾ ਹੁੰਦਾ। ਤਾਂ ਉਹਦੇ ਲਾਇਬਿਲਿਟੀ ਦੇ ਹਿਸਾਬ ਸਿਰ ਪੁੱਛਿਆ ਤਾਂ ਉਹਦੇ ਇੰਪਲੋਏ ਦੀ ਗੱਲ ਕੀਤੀ ਹੈ, ਠੀਕ ਹੈ। ਜੇ ਹੁਣ ਤੁਹਾਨੂੰ ਕੇਸ ਕਰਦੇ ਤੁਹਾਡੇ ਉੱਪਰ, ਠੀਕ ਹੈ, ਬੀ ਆਪਸ਼ਨ ਵਿੱਚ ਤਾਂ ਕੰਪਨੀ ਦੇ ਅਗੇਂਸਟ, ਜਾਂ ਡੈਪਟਰ ਜਿਹੜਾ ਹੋ ਗਿਆ, ਡੈਪਟਰ ਮਤਲਬ ਜਿਸ ਤੋਂ ਤੁਹਾਨੂੰ ਪੈਸੇ ਲੈਣੇ ਆ ਉਹ ਆਪਣੇ ਆਪ ਨੂੰ ਦਿਵਾਲੀਆ ਘੋਸ਼ਿਤ ਕਰਦੇ ਅਤੇ ਰਿਜ਼ਲਟਿੰਗ ਇਜ਼ ਦਾ ਡੈਬਿਟ ਬੈਡ ਡੈਟਸ ਬਣ ਜਾਣ ਕੰਪਨੀ ਦੇ। ਕਿਸ ਟਾਈਮ 'ਤੇ ਆਪਾਂ ਉਹਨੂੰ ਕੰਟੀਜੈਂਸੀ ਕਹਾਂਗੇ, ਕਿਹੜੇ ਜਦੋਂ ਸਿਚੁਏਸ਼ਨ ਮਤਲਬ ਕੋਈ ਸਿਚੁਏਸ਼ਨ ਵਾਪਰੇਗੀ ਤਾਂ ਉਦੋਂ ਆਪਾਂ ਇਸ ਨੂੰ ਕੰਟੀਜੈਂਸੀ ਕਹਿ ਸਕਾਂਗੇ। ਏ ਬੀ ਸੀ ਜਾਂ ਡੀ, ਉਹ ਇਹ ਤਿੰਨੋਂ ਮਤਲਬ ਕੋਈ ਡੀ ਆਪਸ਼ਨ ਹੈ ਕਿ ਇਹ ਤਿੰਨੋਂ ਹੈ, ਜਾਂ ਤਿੰਨੋਂ ਸਿਚੁਏਸ਼ਨ ਵਿੱਚ ਆਪਾਂ ਇਹ ਕਹਿ ਸਕਾਂਗੇ ਕਿ ਕੰਟੀਜੈਂਸੀ ਹੈ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਇਹ ਹੋਏਗਾ ਡੀ ਆਪਸ਼ਨ, ਠੀਕ ਹੈ ਫਰੈਂਡਸ। ਤਿੰਨੋਂ ਸਿਚੁਏਸ਼ਨਾਂ ਬਣ ਰਹੀਆਂ ਨਾ ਕਿ ਪਤਾ ਨਹੀਂ ਸੀ, ਗੌਰਮੈਂਟ ਨੇ ਹਾਇਰ ਕਰ ਲਿਆ, ਸਾਨੂੰ ਪਹਿਲਾਂ ਥੋੜ੍ਹਾ ਪਤਾ ਸੀ, ਜਾਂ ਇੰਪਲੋਏ ਇਹਦਾ ਕਿਸੇ ਵੀ ਟਾਈਮ ਵਾਪਰ ਸਕਦਾ, ਸਾਡੇ ਉੱਪਰ ਸੂਟ ਕਰ ਸਕਦਾ, ਮਤਲਬ ਕੇਸ ਫਾਈਲ ਕਰ ਸਕਦਾ। ਹੁਣ ਡੈਟਰ ਦਿਵਾਲੀਆ ਘੋਸ਼ਿਤ ਹੋ ਗਿਆ, ਉਸਨੇ ਇਹ ਸੋਚ ਕੇ ਥੋੜ੍ਹਾ ਮੇਰੇ ਤੋਂ ਪੈਸੇ ਲਿੱਤਾ ਸੀ, ਮੈਂ ਦਿਵਾਲੀਆ ਘੋਸ਼ਿਤ ਹੋ ਜਾਵਾਂਗਾ। ਇਹ ਸਿਚੁਏਸ਼ਨ ਵਾਪਰ ਗਈ ਤਾਂ ਇੱਕ ਤਰ੍ਹਾਂ ਨਾਲ ਕੰਟੀਜੈਂਸੀ ਕਹਾਈ ਜਾਏਗੀ, ਠੀਕ ਹੈ। ਅਗਲਾ ਕੁਐਸ਼ਨ ਹੈ ਪਰਚੇਸ ਆਫ ਗੁਡਸ ਫॉर ਕੈਸ਼ ਫਰੋਮ ਰਸੀਦ ਇਸ ਟੂ ਰਿਕਾਰਡਡ ਬਾਈ। ਜਿਹੜੀ ਮੈਂ ਪਰਚੇਸਿੰਗ ਕੀਤੀਆਂ ਕੈਸ਼ ਫਰੋਮ ਰਸੀਦ ਤੋਂ, ਤਾਂ ਉਸ ਮੈਂ ਜਨਰਲ ਐਂਟਰੀ 'ਚ ਕਿਵੇਂ ਰਿਕਾਰਡ ਕਰਾਂਗਾ? ਮੈਂ ਗੁਡਸ ਖਰੀਦ ਰਿਹਾ ਕੈਸ਼ 'ਤੇ ਫਰੋਮ ਰਸੀਦ ਤੋਂ, ਦੱਸੋ ਕਿਹੜੀ ਐਂਟਰੀ ਠੀਕ ਹੋਏਗੀ? ਡੈਬਟਿੰਗ ਪਰਚੇਸ ਅਕਾਊਂਟ, ਕ੍ਰੈਡਿਟਿੰਗ ਰਸੀਦ ਅਕਾਊਂਟ, ਡੈਬਟਿੰਗ ਪਰਚੇਸ ਅਕਾਊਂਟ, ਕ੍ਰੈਡਿਟਿੰਗ ਕੈਸ਼ ਅਕਾਊਂਟ, ਡੈਬਟਿੰਗ ਰਸੀਦ ਅਕਾਊਂਟ, ਕ੍ਰੈਡਿਟਿੰਗ ਕੈਸ਼ ਅਕਾਊਂਟ, ਡੈਬਟਿੰਗ ਕੈਸ਼ ਅਕਾਊਂਟ, ਕ੍ਰੈਡਿਟਿੰਗ ਪਰਚੇਸ ਅਕਾਊਂਟ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹ ਹੋਗਾ ਬੀ ਆਪਸ਼ਨ, ਸਿੰਪਲ ਐਂਟਰੀ ਹੈ। ਜੇ ਕੈਸ਼ 'ਤੇ ਹੈ ਤਾਂ ਮੈਨੂੰ ਰਸੀਦ ਦਾ ਕੋਈ ਲੈਣਾ ਦੇਣਾ ਨਹੀਂ, ਮੇਰੇ ਕੋਲ ਮਾਲ ਆਇਆ, ਮੈਨੇ ਕੈਸ਼ ਦਿੱਤਾ ਤਾਂ ਮੇਰੇ ਕੋਲ ਮਾਲ ਆਇਆ। ਇਹ ਪਲੱਸ ਡੈਬਿਟ, ਇੱਕ ਕੈਸ਼ ਗਿਆ ਮਾਈਨਸ ਕ੍ਰੈਡਿਟ, ਠੀਕ ਹੈ, ਠੀਕ ਹੈ ਫਰੈਂਡਸ। ਵੈਸੇ ਉਹਦਾ ਰੀਅਲ ਅਕਾਊਂਟ ਲੱਗ ਰਿਹਾ ਜੇ ਉਂਝ ਦੇਖੀਏ ਆਪਾਂ। ਬਿਲਡਿੰਗ ਅਕਾਊਂਟ ਇਜ਼ ਡੈਬਿਟਡ ਵਿਦ ਐਨ ਅਮਾਊਂਟ ਟੁਵਾਰਡਸ ਦੀ ਰਿਪੇਅਰਸ, ਦਿਸ ਇਜ਼ ਐਗਜ਼ਾਮਪਲ ਆਫ। मैंने बिल्डिंग अकाउंट ਨੂੰ ਡੈਬਿਟ ਕਰਤਾ ਰਿਪੇਅਰ ਦੇ ਹਿਸਾਬ ਸੇ, ਮਤਲਬ ਕਿ ਮੈਂ ਕੋਈ ਰਿਪੇਅਰ ਕਰਾਈ ਹੈ ਬਟ ਮੈਨੇ ਡੈਬਿਟ ਕਿਹਨੂੰ ਕਰਤਾ? ਬਿਲਡਿੰਗ ਅਕਾਊਂਟ ਨੂੰ। ਅਤੇ ਕਿਸ ਤਰ੍ਹਾਂ ਦਾ ਮੈਨੇ ਗਲਤੀ ਕਰਤੀ? ਮੈਨੇ ਤਾਂ ਕੁਛ ਰਿਪੇਅਰ ਕਰਾਈ ਹੈ, ਮੈਨੂੰ ਤਾਂ ਰਿਪੇਅਰ ਅਕਾਊਂਟ ਡੈਬਿਟ ਕਰਨਾ ਸੀ, ਮਗਰ ਮੈਂ ਬਿਲਡਿੰਗ ਅਕਾਊਂਟ ਨੂੰ ਡੈਬਿਟ ਕਰਤਾ। ਤਾਂ ਇਹ ਕਿਸ ਤਰ੍ਹਾਂ ਦਾ ਐਰਰ ਹੈ? ਐਰਰ ਆਫ ਕਮਿਸ਼ਨ ਹੈ, ਪ੍ਰਿੰਸੀਪਲ ਹੈ, ਓਮਿਸ਼ਨ ਹੈ, ਕੰਪਨਸੇਟਿੰਗ ਐਰਰ ਹੈ? ਦੱਸੋ ਏ ਬੀ ਸੀ ਡੀ। ਇਹ ਹੈਗਾ ਐਰਰ ਆਫ ਪ੍ਰਿੰਸੀਪਲ। ਜਿਹੜਾ ਰਿਪੇਅਰ ਹੈ ਮੈਨੂੰ ਇਹ ਨਹੀਂ ਪਤਾ ਕਿ ਉਹ ਬਿਲਡਿੰਗ ਦਾ ਹੈ ਜਾਂ ਨੋਰਮਲ ਰਿਪੇਅਰ ਹੈ। ਬਿਲਡਿੰਗ ਵਿੱਚ ਕਿਹੜਾ ਰਿਪੇਅਰ ਲੱਗਦਾ ਮੈਨੂੰ ਇਹ ਹੀ ਨਹੀਂ ਪਤਾ, ਜਾਂ ਮੈਨੂੰ ਇਹ ਨਹੀਂ ਪਤਾ ਕਿ ਰਿਪੇਅਰ ਜਿਹੜਾ ਨੋਰਮਲ ਹੈ ਮੈਂ ਉਸਦਾ ਅਕਾਊਂਟ ਅਲੱਗ ਬਣਦਾ ਅਤੇ ਜਿਹੜਾ ਬਿਲਡਿੰਗ ਦਾ ਉਹ ਬਿਲਡਿੰਗ ਦੀ ਐਕੁਜੀਸ਼ਨ ਵਿੱਚ ਆਉਂਦਾ, ਮਗਰ ਉਰੇ ਮੈਂ ਨੋਰਮਲ ਰਿਪੇਅਰ ਅਲੱਗ ਅਕਾਊਂਟ ਬਣਦਾ, ਠੀਕ ਹੈ। ਮੈਨੇ ਨੋਰਮਲ ਰਿਪੇਅਰ ਨੂੰ ਚੱਕ ਕੇ ਬਿਲਡਿੰਗ ਵਿੱਚ ਐਡਜਸਟ ਕਰਤਾ। ਤਾਂ ਮੈਨੂੰ ਇਹਦਾ ਮਤਲਬ ਅਕਾਊਂਟਿੰਗ ਟਰਮਸ ਨਹੀਂ ਪਤਾ, ਠੀਕ ਹੈ ਨਾ, ਤਾਂ ਉਹਦੀ ਨੌਲੇਜ ਨਹੀਂ ਹੈ, ਜਿਸ ਕਰਕੇ ਮੈਂ ਇਹ ਆਪਸ਼ਨ ਟਿਕ ਕਰਾਂਗਾ। ਅਗਲਾ ਕੁਐਸ਼ਨ ਹੈ ਬਿਲਡਿੰਗ ਅਕਾਊਂਟ, ਸੇਮ ਕੁਐਸ਼ਨ ਆ ਗਿਆ, ਇਗਨੋਰ ਕਰਿਓ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ? ਐਂਟਰਿੰਗ ਰੋਂਗ ਅਮਾਊਂਟ ਇਜ਼ ਅ ਸਬਸਿਡਰੀ ਬੁੱਕ ਅਫੈਕਟ ਦੀ ਐਗਰੀਮੈਂਟ ਆਫ ਦੀ ट्रायल बैलेंस, अंडरकास्ट और ओवरकास्ट ऑफ सब्सिडरी बुक इज एन एग्जाम्पल ऑफ एरर ऑफ कमीशन, एरर ऑफ प्रिंसीपल डज नॉट अफैक्ट द एग्रीमेंट ऑफ द ट्रायल बैलेंस। दसो इस विच किहड़ा ऑप्शन ट्रू है? पहली गल तो यह कह रहा है कि मैंने एंटरिंग रोंग अमाउंट, मैंने सबसिडरी बुक सबसिडरी बुक विच रोंग अमाउंट पाती, जिहदे करके अफैक्ट पै रहा एग्रीमेंट ऑफ ट्रायल बैलेंस विच। दूजा कह रहा कि अंडरकास्ट मतलब घट गया या वध गई सबसिडरी बुक की मेरी बैलेंस, तो एक तरह का एरर ऑफ कमीशन है, मतलब कि या तो मैंने अमाउंट गलत पाई है या तो वध पाई है, या तो घट पाई है या तो वध पाई है। कोई एक एंट्री पर्टिकुलर एंट्री जिसके करके जी मेरी बुक्स हैं सबसिडरी बुक पर्टिकुलर कैश बुक अंडरकास्ट हो रही है या ओवरकास्ट हो रही है, सेल बुक अंडरकास्ट हो रही है या ओवरकास्ट हो रही है। तीजा है एरर ऑफ प्रिंसीपल डज नॉट अफैक्ट द एग्रीमेंट ऑफ ट्रायल बैलेंस। जो प्रिंसीपल हैं हूँ जो मैंने रिपेयर अकाउंट में डैबिट करता, ठीक है, एंट्री देखने थोड़ा पता लग रही है कि जे मैं मतलब कि मैंने रिपेयर जो अकाउंट से मैं रिपेयर अकाउंट में डैबिट करना सी, मगर मैं उपर की किया सी, आ देखो
मैंने ਉੱਪਰ ਕੀ ਕੀਤਾ ਸੀ, मैंने ਬਿਲਡਿੰਗ ਅਕਾਊਂਟ ਨੂੰ ਡੈਬਿਟ ਕਰਤਾ ਸੀ। ਜੇ ਮੈਂ ਉਰੇ ਬਿਲਡਿੰਗ ਅਕਾਊਂਟ ਨੂੰ ਡੈਬਿਟ ਕਰ ਦਿੰਦਾ ਤਾਂ ਮੈਨੂੰ ਟਰਾਇਲ ਬੈਲੈਂਸ ਥੋੜ੍ਹਾ ਕੋਈ ਫਰਕ ਪਏਗਾ, ਦੋ ਅਕਾਊਂਟ ਕ੍ਰੀਏਟ ਹੋ ਜਾਣਗੇ, ਬਿਲਡਿੰਗ ਅਕਾਊਂਟ ਹੀ ਕ੍ਰੀਏਟ ਹੋ ਜਾਏਗਾ, ਠੀਕ ਹੈ ਨਾ, ਰਿਪੇਅਰ ਦੀ ਜਗ੍ਹਾ ਤਾਂ ਉਰੇ ਬਿਲਡਿੰਗ ਅਕਾਊਂਟ ਆ ਜਾਏਗਾ, ਸਿੰਪਲ ਹੀ ਗੱਲ। ਤਾਂ ਉਰੇ ਟਰਾਇਲ ਬੈਲੈਂਸ ਇਫੈਕਟ ਨਹੀਂ ਕਰੇਗਾ, ਠੀਕ ਹੈ ਨਾ। ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ। ਦੱਸੋ ਡੀ ਹੈ ਬੀ ਐਂਡ ਸੀ, ਕਿਹੜਾ ਆਪਸ਼ਨ ਠੀਕ ਹੋਏਗਾ? ਇੱਕ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ। ਇਹ ਆਏਗਾ ਡੀ ਬੀ ਐਂਡ ਸੀ। ਅੰਡਰਕਾਸਟ ਓਵਰਕਾਸਟ एग्जाम्पल है कमीशन की, मैंने कोई रोंग अमाउंट पाई है, कमीशन मतलब मैंने एक्यूरेसी नहीं रखी, ठीक है ना। तो पहला ऑप्शन है कि एंटरिंग रोंग अमाउंट इन द सबसिडरी बुक अफेक्ट द एग्रीमेंट ऑफ ट्रायल बैलेंस। नहीं, जे मैंने गलत अमाउंट पाती, मैंने गलत अमाउंट पाई है, ਜਾਂ ਤਾਂ मैंने ओवरकास्ट ਕੀਤਾ ਹੋਵੇ, ਜਾਂ ਤਾਂ मैंने ਇੱਕ ਪਾਸੇ ਵੱਧ ਕੇ ਪਾਈ ਹੋ ਤਾਂ ਗੱਲ ਵੀ ਹੈ। ਮਗਰ ਮੈਨੂੰ ਇਹ ਕਹਿਣਾ ਚਾਹ ਰਹੇ ਹਾਂ ਉਹ ਕਿ ਮੈंने ਸਬਸਿਡਰੀ ਬੁੱਕ ਨੂੰ ਹੀ ਵਿੱਚ मैंने ਗਲਤ ਅਮਾਊਂਟ ਪਾਤੀ, ਮਤਲਬ ਕਿ ਜਿਹਦਾ ਮੈਂ ਟੋਟਲ ਮਤਲਬ ਕਿ ਤੁਸੀਂ ਲਾ ਕੇ ਚਲੋ ਪਰਚੇਸਿਸ मैंने 10,000 ਦੀ ਕੀਤੀਆਂ, 7,000 ਦੀ ਦਿਖਾਤੀਆਂ मैंने। ਜੇ मैंने 7,000 ਦੀ ਦਿਖਾਤੀ ਨੇ ਟਰਾਇਲ ਬੈਲੈਂਸ ਥੋੜ੍ਹਾ ਫਰਕ ਪਏਗਾ, ਟਰਾਇਲ ਬੈਲੈਂਸ 7,000 ਨਾਲ ਦਿਖਾ ਦੇਗਾ, ਠੀਕ ਹੈ ਨਾ। ਤਾਂ ਜਿਹੜਾ ਰੋਂਗ ਅਮਾਊਂਟ ਹੈ ਉਹ ਮੇਰੇ ਟਰਾਇਲ ਬੈਲੈਂਸ ਨੂੰ ਇਫੈਕਟ ਨਹੀਂ ਕਰਦਾ। सो बी एंड सी ठीक हो जाएगा, ठीक है फ्रेंड्स। पहला क्वेश्चन है विच ऑफ द फॉलोइंग वुड कॉज द मिसमैच इन द ट्रायल बैलेंस। इस विचों किहड़ा कारण है जिहदे करके मेरे ट्रायल बैलेंस में मिसमैच करता, टोटल जिहड़ा डेबिट ते क्रेडिट का टोटल सेम नहीं आउंदा। दसो। पहला है ओमिशन ऑफ द रिकॉर्डिंग ऑफ ट्रांजेक्शन इन द सबसिडरी बुक, कंपलसेटिंग एरर, रिकॉर्डिंग एन अमाउंट विच इज़ द टोटल डिफरेंट फ्रॉम द एक्चुअल अमाउंट, रोंग टोटली इन द सबसिडरी बुक। दसो। ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ ਜਿਹਦੇ ਨਾਲ ਮੇਰਾ ਮਿਸਮੈਚ ਆਵੇ, ਕਾਰਨ ਬਣੇ। ਟਰਾਇਲ ਬੈਲੈਂਸ ਡੈਬਿਟ ਵੱਧ ਜਾਏ, ਕ੍ਰੈਡਿਟ ਘੱਟ ਜਾਏ, ਕ੍ਰੈਡਿਟ ਵੱਧ ਜਾਏ, ਡੈਬਿਟ ਵੱਧ ਜਾਏ, ਟੋਟਲ ਸਹੀ ਨਹੀਂ ਆ ਰਿਹਾ, ਕਿਹਦੇ ਕਰਕੇ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਪਸ਼ਨ ਹੋਏਗਾ ਡੀ, ਠੀਕ ਹੈ। ਰੋਂਗ ਟੋਟਲਿੰਗ ਕਰ ਰਿਹਾ, ਕੋਈ ਕੈਸ਼ ਬੁੱਕ ਦੀ ਮੈਂ ਰੋਂਗ ਟੋਟਲਿੰਗ ਕਰਤੀ, ਠੀਕ ਹੈ ਨਾ, ਮੈਨੇ ਰੋਂਗ ਟੋਟਲਿੰਗ ਕਰਤੀ, ਉਹਦਾ ਇਫੈਕਟ ਮੈਨੂੰ ਅੱਗੇ ਟਰਾਇਲ ਬੈਲੈਂਸ 'ਚ ਫਰਕ ਪਏਗਾ ਮੇਰੇ, ਠੀਕ ਹੈ। ਜੇ ਮੈਂ ਰੋਂਗ ਟੋਟਲਿੰਗ ਕਰ ਰਿਹਾ ਆਫ ਸਬਸਿਡਰੀ ਬੁੱਕ ਦੀ, ਜਿਹਦੇ ਕਰਕੇ ਮੈਂ ਟਰਾਇਲ ਬੈਲੈਂਸ 'ਚ ਫਸ ਜਾਵਾਂਗਾ, ਕਿਉਂਕਿ ਜੇ ਮੈਂ ਰੋਂਗ ਟੋਟਲਿੰਗ ਕਰਤੀ ਮੇਰਾ ਬੈਲੈਂਸ ਜਿਹੜਾ ਆਏਗਾ ਉਹ ਵੀ ਗਲਤ ਆਏਗਾ, ਠੀਕ ਹੈ ਨਾ। ਉਹਦੇ ਕਰਕੇ ਮਿਸਮੈਚ ਹੋ ਸਕਦਾ ਮੇਰੇ ਟਰਾਇਲ ਬੈਲੈਂਸ। ਓਮਿਸ਼ਨ ਆਫ ਰਿਕਾਰਡਿੰਗ, ਜੇ ਮੈਂ ਐਂਟਰੀ ਪਾਈ ਨਹੀਂ ਤਾਂ ਉਹਦਾ ਕੋਈ ਇਫੈਕਟ ਨਹੀਂ ਆਏਗਾ। ਕੰਪਨਸੇਟਿੰਗ ਐਰਰ ਮਤਲਬ ਕਿ ਜੇ ਮੈਂ 2500 ਪਾਉਣਾ ਸੀ ਮਗਰ ਮੈंने 2,000 ਨਾਲ ਡੈਬਿਟ ਕਰਤਾ, ਅਤੇ ਦੂਜੀ ਅਮਾਊਂਟ ਇੱਕ ਐਸੀ ਸੀ ਜਿਹੜੀ 500 ਨਾਲ ਡੈਬਿਟ ਹੋ ਰਹੀ ਸੀ, ਉਹ 500 ਨਾਲ ਡੈਬਿਟ ਹੋ ਗਈ। ਇਹ ਮਿਸਮੈਚ ਤਾਂ ਨਹੀਂ ਹੋਇਆ ਨਾ, ਇਹ ਤਾਂ ਮਿਲ ਹੀ ਗਿਆ ਸੇਮ, ਠੀਕ ਹੈ। ਅਤੇ ਰਿਕਾਰਡਿੰਗ ਔਨ ਅਕਾਊਂਟ ਵਿੱਚ ਟੋਟਲੀ ਡਿਫਰੈਂਟ ਫਰੋਮ ਦੀ ਐਕਚੁਅਲ ਅਮਾਊਂਟ, ਕੋਈ ਐਸੀ ਅਮਾਊਂਟ ਮੈਂ ਰਿਕਾਰਡ ਕਰਦਾ ਕਿ ਐਕਚੁਅਲ ਅਮਾਊਂਟ ਤੋਂ ਬਿਲਕੁਲ ਅਲੱਗ ਹੋਵੇ, ਠੀਕ ਹੈ, ਜਿਹੜਾ ਤੁਹਾਨੂੰ ਉੱਪਰ ਪੜ੍ਹਾ ਰਿਹਾ ਸੀ ਆ ਰਿਹਾ। ਐਂਟਰਿੰਗ ਰੋਂਗ ਅਮਾਊਂਟ ਇਨ ਸਬਸਿਡਰੀ ਬੁੱਕ ਵਿਲ ਬੁੱਕ ਅਫੈਕਟ ਦੀ ਐਗਰੀਮੈਂਟ ਆਫ ਦੀ ਟਰਾਇਲ ਬੈਲੈਂਸ। ਜਿਹੜੀ ਮੈਂ ਰੋਂਗ ਅਮਾਊਂਟ ਪਾ ਦਾਂ ਇਫੈਕਟ ਤਾਂ ਕਰਦੀ ਨਹੀਂ ਹੁੰਦੀ, ਤਾਂ ਹੀ ਤਾਂ ਇਹ ਗਲਤ ਸਟੇਟਮੈਂਟ। ਤਾਂ ਉਰੇ ਉਹੀ ਕਹਿਣਾ ਚਾਹ ਰਿਹਾ ਕਿ ਜਿਹੜਾ ਮੈਂ ਰਿਕਾਰਡ ਕਰਦਾ ਐਨ ਅਮਾਊਂਟ ਇਜ਼ ਟੋਟਲੀ ਡਿਫਰੈਂਟ ਫਰੋਮ ਐਕਚੁਅਲ ਅਮਾਊਂਟ। 10,000 ਦੀ ਅਮਾਊਂਟ ਸੀ, मैंने 8,000 ਪਾਤੀ, ਕੋਈ 8,000 ਨਾਲ मैंने ਐਂਟਰੀ ਪਾਸ ਕਰਤੀ, ਜਾਂ 8,000 ਨਾਲ मैंने ਐਂਟਰੀ ਪਾਸ ਕਰਤੀ, ਠੀਕ ਹੈ। ਤਾਂ ਇਹ ਮਿਸਮੈਚ ਤਾਂ ਨਹੀਂ ਕਰੇਗਾ, ਠੀਕ ਹੈ ਨਾ। ਮਿਸਮੈਚ ਕਰੇਗਾ ਰੋਂਗ ਟੋਟਲਿੰਗ, ਜਿਹੜੀ ਮੈਂ ਬੁੱਕ ਦੀ ਟੋਟਲਿੰਗ ਕਰ ਰਿਹਾ, ਟੋਟਲਿੰਗ ਵਿੱਚ ਜਿਹੜਾ ਮੈਂ ਬੈਲੈਂਸ ਚੱਕ ਰਿਹਾ ਉਹ ਮੈਂ ਰੋਂਗ ਚੱਕ ਲਿਆ, ਠੀਕ ਹੈ ਨਾ, ਉਹਦਾ ਫਰਕ ਪਏਗਾ। ਅਗਲਾ ਕੁਐਸਚਨ ਹੈ, ਪੂਰੇ ਆਪਸ਼ਨ ਕਿਹੜਾ ਆ ਜਾਏਗਾ? ਡੀ ਆਪਸ਼ਨ ਆ ਜਾਏਗਾ, ਠੀਕ ਹੈ ਫਰੈਂਡਸ। Which of the following statement are true? If the trial balance tally, it always mean that the none of the transaction has been completed or omitted. ਦੂਜਾ ਹੈਗਾ a trial balance will not tally if the transaction is omitted. A customer to whom goods have been sold on credit cannot avail himself of a cash discount. A credit balance in the passbook indicates the excess of deposit over withdraw. ਦੱਸੋ ਇਹ 'ਚੋਂ ਕਿਹੜੀ ਸਟੇਟਮੈਂਟ ਐਕਚੁਅਲ 'ਚ ਸਹੀ ਹੈ? ਉਹ ਮੈਂ ਤੁਹਾਨੂੰ ਸਮਝਾ ਰਿਹਾ, ਕ੍ਰੈਡਿਟ ਬੈਲੈਂਸ ਇਨ ਦਾ ਪਾਸਬੁੱਕ, ਜੇ ਕ੍ਰੈਡਿਟ ਬੈਲੈਂਸ ਹੈ ਇਨ ਦਾ ਪਾਸਬੁੱਕ ਤਾਂ ਐਕਸੈਸਿਵ ਡਿਪੋਜ਼ਿਟ ਕੀ ਕਹਿਣਾ ਚਾਹ ਰਿਹਾ ਕਿ ਜੇ ਮੈਂ ਪਾਸਬੁੱਕ ਦੇਖਾਂ, ਜੇ ਮੇਰੇ ਕੋਲ 10,000 ਰੁਪਇਆ ਕ੍ਰੈਡਿਟ ਹੈ, ਇਸਦਾ ਮਤਲਬ ਮੇਰੇ 10,000 ਰੁਪਇਆ ਮੇਰਾ ਫੇਵਰੇਬਲ ਬੈਲੈਂਸ ਹੈ। ਫੇਵਰੇਬਲ ਬੈਲੈਂਸ ਮਤਲਬ ਕਿ ਮੇਰਾ ਪਾਸਬੁੱਕ ਹੈ, ਬੈਂਕ ਆਪਣੀ ਸਟੇਟਮੈਂਟ ਦੀ ਗੱਲ, ਬੈਂਕ ਸਟੇਟਮੈਂਟ ਹੈ, ਬੈਂਕ ਸਟੇਟਮੈਂਟ ਵਿੱਚ 10,000 ਰੁਪਇਆ ਕ੍ਰੈਡਿਟ ਹੈ। 10,000 ਰੁਪਇਆ ਕ੍ਰੈਡਿਟ ਮਤਲਬ ਕਿ 10,000 ਰੁਪਇਆ ਮੇਰਾ ਪਿਆ ਹੈ, ਮੇਰੀ ਦੇਣਦਾਰੀਆਂ ਨਾਲੋਂ ਮੇਰੇ ਕੋਲ ਜ਼ਿਆਦਾ ਪੈਸੇ ਪਏ ਆ, ਮੇਰੇ ਕੋਲ ਰਿਸਿਪਟਸ ਜ਼ਿਆਦਾ ਮੇਰੇ ਕੋਲ ਪੇਮੈਂਟਸ ਨਾਲੋਂ, ਬਸ ਇਹ ਕਹਿਣਾ ਚਾਹ ਰਿਹਾ ਉਹ, ਠੀਕ ਹੈ। ਪਾਸਬੁੱਕ ਜੇ 10,000 ਰੁਪਏ ਪਿਆ, ਇਸਦਾ ਮਤਲਬ ਮੈਂ ਕਦੇ ਵੀ ਕਢਾ ਸਕਦਾ, ਮੇਰੀ ਕੋਈ ਦੇਣਦਾਰੀ ਤਾਂ ਨਹੀਂ ਹੈ,
तो उरे वो कहना चाह रहा है इचो केड़ी स्टेटमेंट ठीक होएगी। अ क्रेडिट बैलेंस इन द पासबुक इंडिकेट्स एक्सैस ऑफ डिपॉजिट ओवर विड्रा। विड्रा मतलब कढ़ाना, मेरे ਜਿਹੜੇ ਵਿਡਰਾ ਕਢਾਉਣ ਵਾਲੀ ਅਮਾਊਂਟ ਸੀ ਉਹਦੇ ਨਾਲੋਂ ਜ਼ਿਆਦਾ ਮੇਰੇ ਡਿਪੋਜ਼ਿਟਸ ਹੈ, ਠੀਕ ਹੈ। ਜਾਂ ਇਹ ਸਟੇਟਮੈਂਟ ਠੀਕ ਹੋਏਗੀ, ਜਾਂ ਸੀ ਠੀਕ ਹੋਏਗੀ, ਜਾਂ ਬੀ ਠੀਕ ਹੋਏਗੀ, ਜਾਂ ਏ ਠੀਕ ਹੋਏਗੀ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ। ਟਰੂ ਪੁੱਛਿਆ ਉਸਨੇ, ਠੀਕ ਹੈ। ਇੱਕ ਦੂਜੇ ਨਾਲ ਤਾਂ ਕੋਈ ਰਿਲੇਸ਼ਨ ਨਹੀਂ ਹੈ, ਵੈਸੇ ਉਹਨੇ ਸਟੇਟਮੈਂਟ ਦਿੱਤੀ ਹੈ, ਦੱਸੋ ਇਸ 'ਚੋਂ ਕਿਹੜੀ ਸਟੇਟਮੈਂਟ ਐਕਚੁਅਲ 'ਚ ਸਹੀ ਕਹਾਈ ਜਾਏਗੀ। ਇਹਦਾ ਆਨਸਰ ਆਏਗਾ ਡੀ। ਡੀ ਕਿਉਂ ਆਏਗਾ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਜੇ ਮੇਰੇ ਡਿਪੋਜ਼ਿਟ ਜ਼ਿਆਦਾ ਹੈ ਵਿਡਰਾ ਨਾਲੋਂ ਤਾਂ ਉਹ ਕ੍ਰੈਡਿਟ ਬੈਲੈਂਸ ਕਹਾਇਆ ਜਾਂਦਾ ਪਾਸਬੁੱਕ ਦਾ, ਠੀਕ ਹੈ ਫਰੈਂਡਸ। ਅਤੇ ਜੇ ਆਪਾਂ ਉੱਪਰ ਗੱਲ ਕਰੀਏ ਟਰਾਇਲ ਬੈਲੈਂਸ ਟੈਲੀ ਇਟ ਆਲਵੇਸ ਮੀਨ ਦੈਟ ਨਨ ਆਫ ਟ੍ਰਾਂਜੈਕਸ਼ਨ ਐਜ਼ ਬੀਨ ਓਮਿਟਡ। ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਤੁਹਾਨੂੰ ਕਿਹਾ ਸੀ ਜੇ ਆਪਾਂ ਨੇ ਕੋਈ ਐਂਟਰੀ ਓਮਿਟਡ ਮਤਲਬ ਕੋਈ ਐਂਟਰੀ ਨਾ ਪਾਣੀ, ਭੁੱਲ ਜਾਣਾ ਤਾਂ ਜੇ ਆਪਾਂ ਭੁੱਲ ਗਏ ਤਾਂ ਇਹਦਾ ਇਹ ਮੀਨਿੰਗ ਨਹੀਂ ਹੈ ਕਿ ਆਪਣੇ ਜੇ ਟਰਾਇਲ ਟੈਲੀ ਹੋ ਗਏ ਤਾਂ ਮਤਲਬ ਇਹ ਮੀਨਿੰਗ ਨਹੀਂ ਹੈ ਕਿ ਆਪਣੀ ਸਾਰੀ ਐਂਟਰੀਆਂ ਪੈ ਗਈਆਂ। ਆਪਣੀ ਕੁਛ ਐਂਟਰੀ ਆਪਾਂ ਭੁੱਲ ਗਏ ਤਾਂ ਇਸਦਾ ਮਤਲਬ ਜੇ ਜਿਹੜੀਆਂ ਐਂਟਰੀਆਂ ਅਸੀਂ ਭੁੱਲ ਗਏ ਤਾਂ ਇਸਦਾ ਮਤਲਬ ਇਹ ਨਹੀਂ ਕਿ ਜੇ ਟਰੈਵਲ ਟੈਲੀ ਹੋ ਗਿਆ ਤਾਂ ਉਹ ਐਂਟਰੀਆਂ ਮਤਲਬ ਕੋਈ ਵੀ ਐਂਟਰੀ ਅਸੀਂ ਨਹੀਂ ਭੁੱਲੇ। ਮੇਰੇ ਕਹਿਣ ਦਾ ਮਤਲਬ ਕਿ ਜੇ ਸਪੋਜ਼ ਕਰੋ ਕੋਈ ਐਂਟਰੀ ਸੀ ਉਹ ਆਪਾਂ ਪਾਣਾ ਭੁੱਲ ਗਏ, ਬਟ ਇਹ ਸਟੇਟਮੈਂਟ ਦੇ ਹਿਸਾਬ ਸਿਰ ਇਹ ਕਹਿਣਾ ਚਾਹ ਰਿਹਾ ਕਿ ਜੇ ਟਰੈਵਲੈਂਸ ਐਗਰੀ ਕਰ ਜਾਂਦਾ ਹੈ, ਦੋਨੋਂ ਪਾਸੇ ਡੈਬਿਟ ਕ੍ਰੈਡਿਟ ਐਗਰੀ ਕਰ ਜਾਂਦੇ ਨੇ, ਤਾਂ ਇਸਦਾ ਮਤਲਬ ਇਹ ਹੋਇਆ ਕਿ ਜਿਹੜੀ ਕੋਈ ਵੀ ਐਂਟਰੀ ਹੈ ਆਪਣੇ ਤੋਂ ਨਹੀਂ ਛੁੱਟੀ ਹੈ। ਬਟ ਇਸਦਾ ਮਤਲਬ ਇਹ ਨਹੀਂ ਹੈ ਜੇ ਆਪਾਂ ਨੇ ਕੋਈ ਐਂਟਰੀ ਅਸੀਂ ਭੁੱਲ ਗਏ ਹਾਂ, ਜੇ ਆਪਾਂ ਨੂੰ ਸਬਸਿਡਰੀ ਬੁੱਕ 'ਚ ਜਾਂ ਲੈਜਰ 'ਚ ਨਹੀਂ ਦਿਖਾਇਆ ਤਾਂ ਉਹਦਾ ਟਰਾਇਲ ਬੈਲੈਂਸ ਕੋਈ ਫਰਕ ਨਹੀਂ ਪਏਗਾ, ਠੀਕ ਹੈ ਨਾ। ਤਾਂ ਇਹ ਗਲਤ ਹੋ ਗਿਆ। ਬੀ ਹੋ ਗਿਆ ਟਰਾਇਲ ਬੈਲੈਂਸ ਵਿਲ ਨੋਟ ਬੀ ਟੈਲੀ ਇਫ ਦਾ ਟ੍ਰਾਂਜੈਕਸ਼ਨ ਇਜ਼ ਓਮਿਟਡ। ਇਹ ਵੀ ਗਲਤ ਹੈ। ਜੇ ਆਪਾਂ ਐਂਟਰੀ ਪਾਣੀ ਭੁੱਲ ਗਏ ਤਾਂ ਟਰਾਇਲ ਬੈਲੈਂਸ ਤਾਂ ਵੀ ਟੈਲੀ ਕਰ ਜਾਏਗਾ। ਅ ਕਸਟਮਰ ਟੂ ਹੂਮ ਗੁੱਡਸ ਹੈਵ ਬੀਨ ਸੋਲਡ ਔਨ ਕ੍ਰੈਡਿਟ ਕੈਨ ਨੋਟ ਅਵੇਲ ਹਿਮਸੈਲਫ ਆਫ ਦੀ ਕੈਸ਼ ਡਿਸਕਾਊਂਟ। ਨਹੀਂ, ਇਹ ਵੀ ਗਲਤ ਹੈ। ਜੇ ਆਪਾਂ ਕ੍ਰੈਡਿਟ 'ਤੇ ਟ੍ਰਾਂਜੈਕਸ਼ਨ ਕੀਤੀ ਹੈ ਤਾਂ ਉਹ ਕੈਸ਼ ਡਿਸਕਾਊਂਟ ਮੰਗ ਸਕਦਾ ਹੈ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਐਰਰ ਅਫੈਕਟ ਦੀ ਐਗਰੀਮੈਂਟ ਆਫ ਦੀ ਟਰਾਇਲ ਬੈਲੈਂਸ। ਕਿਹੜੇ ਐਰਰ ਜਿਹੜੇ ਅਫੈਕਟ ਕਰਨਗੇ ਐਗਰੀਮੈਂਟ, ਮਤਲਬ ਕਿ ਜਿਹੜਾ ਟੋਟਲ ਡੈਬਿਟ ਅਤੇ ਕ੍ਰੈਡਿਟ ਨੂੰ ਆਪਾਂ ਅਫੈਕਟ ਕਰਨਗੇ ਟਰਾਇਲ ਬੈਲੈਂਸ ਨੂੰ। ਮਿਸਟੇਕ ਇਨ ਦਾ ਬੈਲੈਂਸਿੰਗ ਔਨ ਅਕਾਊਂਟ, omitted to record a transaction entirely in the subsidiary book, recording of wrong entry in the subsidiary book, posting an entry on the correct side but in the wrong account। ਦੱਸੋ ਇਹ 'ਚੋਂ ਕਿਹੜੀ ਐਕਚੁਅਲ 'ਚ ਐਰਰ ਹੈ ਜਿਸ ਨਾਲ ਮੇਰਾ ਟਰਾਇਲ ਬੈਲੈਂਸ ਘੱਟ ਜਾਏਗਾ ਜਾਂ ਵੱਧ ਜਾਏਗਾ। ਦੱਸੋ ਇਹ ਹੋਏਗਾ ਏ ਆਪਸ਼ਨ, ਠੀਕ ਹੈ। ਮਿਸਟੇਕਸ ਇਨ ਦਾ ਬੈਲੈਂਸਿੰਗ ਇਨ ਅਕਾਊਂਟ, ਠੀਕ ਹੈ। ਮੈਂ ਤੁਹਾਨੂੰ ਉੱਪਰ ਸਮਝਾ ਕੇ ਆਇਆ ਜੇ ਬੈਲੈਂਸ ਵਿੱਚ ਜਿਵੇਂ ਕੈਸ਼ ਦਾ ਡੈਬਿਟ ਬੈਲੈਂਸ 19 ਅਮਾਊਂਟ ਬਣਦੀ ਹੈ, ਜੇ 19 ਅਮਾਊਂਟ ਮੈਂ ਉੱਥੇ ਜਾ ਕੇ ਨਾ ਦਿਖਾਵਾਂ ਅਤੇ ਜਿਸ 'ਚ ਨਾ ਮਤਲਬ ਕਿ ਜਿੰਨੀ ਵਾਰ ਰਿਸਿਪਟਸ ਕੀਤੀਆਂ ਤਾਂ ਸਪੋਜ਼ ਕਰੋ ਮੈਨੇ ਕੁਝ ਪਰਚੇਸ ਕੀਤਾ ਟੂ ਕੈਸ਼ ਕੀਤਾ ਜਾਂ ਮੈਨੇ ਕੈਸ਼ ਵਿੱਚ ਸੇਲ ਕੀਤੀ। ਜੇ ਸੇਲ ਜਿੰਨੀ ਅਮਾਊਂਟ ਬਣਦੀ ਹੈ ਜੇ ਮੈਂ ਕੈਸ਼ ਵਿੱਚ ਉਹਦਾ ਬੈਲੈਂਸ ਟੋਟਲ ਨਾ ਦਿਖਾਵਾਂ ਤਾਂ ਮੇਰਾ ਤਾਂ ਉੱਪਰ ਥੱਲੇ ਹੋ ਜਾਏਗਾ ਨਾ ਕੰਮ। ਸੇਲ ਵੱਧ ਦਿਖਾ ਦਾਂਗਾ, ਕੈਸ਼ ਘੱਟ ਦਿਖਾ ਦਾਂਗਾ, ਇਸਦਾ ਮਤਲਬ ਜ਼ਿਆਦਾ ਕ੍ਰੈਡਿਟ 'ਤੇ ਹੋਈ ਹੈ, ਮਿਸਮੈਚ ਆ ਜਾਏਗਾ, ਠੀਕ ਹੈ ਫਰੈਂਡਸ। ਤਾਂ ਉਰੇ ਡੀ ਆਪਸ਼ਨ ਆ ਜਾਏਗਾ ਨਾ, ਡੀ ਨਹੀਂ ਸੋਰੀ ਏ ਆਪਸ਼ਨ 13 ਦਾ ਏ ਆ ਜਾਏਗਾ ਆਪਸ਼ਨ, ਠੀਕ ਹੈ ਫਰੈਂਡਸ। ਕੈਪੀਟਲ ਐਕਸਪੈਂਡੀਚਰ ਇਜ਼ ਐਨ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਕਿਹੜਾ ਐਕਸਪੈਂਡੀਚਰ ਹੈ। ਬੈਨੀਫਿਟ ਵਿਦ ਕਰੰਟ ਅਕਾਊਂਟਿੰਗ ਪੀਰੀਅਡ, ਵਿਲ ਬੈਨੀਫਿਟ ਦੀ ਨੈਕਸਟ ਅਕਾਊਂਟਿੰਗ ਪੀਰੀਅਡ, ਰਿਜ਼ਲਟ ਇਨ ਦ ਐਕੁਜੀਸ਼ਨ ਆਫ ਦੀ ਪਰਮਾਨੈਂਟ ਐਸਟ, ਰਿਜ਼ਲਟ ਇਨ ਦ ਐਕੁਜੀਸ਼ਨ ਆਫ ਦੀ ਕਰੰਟ ਐਸਟ। ਕੈਪੀਟਲ ਐਕਸਪੈਂਡੀਚਰ ਕਿਸ ਤਰ੍ਹਾਂ ਦਾ ਐਕਸਪੈਂਡੀਚਰ ਹੋਇਆ ਮੈਂ ਤੁਹਾਨੂੰ ਬੜੀ ਵਾਰ ਐਕਸਪਲੇਨ ਕਰ ਚੁੱਕਾ। ਦੱਸੋ ਏ ਆਏਗਾ, ਬੀ ਆਏਗਾ, ਸੀ ਆਏਗਾ, ਡੀ ਆਏਗਾ। ਪਰਮਾਨੈਂਟ ਮਤਲਬ ਹਮੇਸ਼ਾ ਲਈ, ਕਰੰਟ ਮਤਲਬ ਵਿਦਿਨ 1 ਈਅਰ ਲਈ। ਇਹ ਵੀ ਕਰੰਟ ਮਤਲਬ ਵਿਦਿਨ 1 ਈਅਰ ਲਈ, ਨੈਕਸਟ ਅਕਾਊਂਟਿੰਗ ਮਤਲਬ ਅਗਲੇ ਸਾਲ ਲਈ, ਅਕਾਊਂਟਿੰਗ ਪੀਰੀਅਡ ਮਤਲਬ ਅਗਲੇ ਸਾਲ ਲਈ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ। ਏ ਹੋਏਗਾ, ਬੀ ਹੋਏਗਾ, ਸੀ ਹੋਏਗਾ, ਡੀ ਹੋਏਗਾ। ਇਹ ਹੋ ਜਾਏਗਾ ਸੀ ਆਪਸ਼ਨ। ਪਰਮਾਨੈਂਟ ਜਿਹੜਾ ਐਸਟ ਹੈ, ਫਿਕਸਡ ਐਸਟ ਇਹਨੂੰ ਕਹਿੰਦੇ ਆ। ਫਿਕਸਡ ਐਸਟ ਜਿਵੇਂ ਮਸ਼ੀਨਰੀ ਹੋ ਗਈ, ਲੈਂਡ ਐਂਡ ਬਿਲਡਿੰਗ ਹੋ ਗਈ, ਜੋ ਆਪਾਂ ਅਕਵਾਇਰ ਕਰਦੇ ਹਾਂ ਪਰਮਾਨੈਂਟਲੀ, ਉਹਨੂੰ ਕਹਿੰਦੇ ਆ ਕੈਪੀਟਲ ਐਕਸਪੈਂਡੀਚਰ। ਰੈਵਨਿਊ ਮਤਲਬ ਕਰੰਟ ਅਕਾਊਂਟਿੰਗ ਪੀਰੀਅਡ ਲਈ ਹੁੰਦੀ ਹੈ। ਵੇਜਿਸ ਪੇ ਕਰ ਰਹੇ ਹਾਂ, ਸੈਲਰੀਜ਼ ਪੇ ਕਰ ਰਹੇ ਹਾਂ ਆਪਣੇ ਬਿਜ਼ਨਸ ਨੂੰ ਚਲਾਉਣ ਲਈ। ਸੈਲਰੀਜ਼ ਕਿਉਂ ਪੇ ਕਰ ਰਹੇ ਹਾਂ, ਉਹ ਇੰਪਲੋਏ ਆ ਸਾਡੇ ਬਿਜ਼ਨਸ ਨੂੰ ਵਰਕ ਕਰਦੇ ਨੇ ਜਿਹਨਾਂ ਸਾਨੂੰ ਗੇਨ ਹੁੰਦਾ, ਠੀਕ ਹੈ ਨਾ। ਗੇਨ ਨੂੰ ਲੈਣ ਲਈ ਗੇਨ ਨੂੰ ਮਤਲਬ ਕਿ ਕਿਸੇ ਵਾਧੇ ਨੂੰ ਲੈਣ ਲਈ, ਕਿਸੇ ਵਾਧੇ ਨੂੰ ਲੈਣ ਲਈ ਜਿਹੜਾ ਆਪਾਂ ਐਕਸਪੈਂਡੀਚਰ ਕਰਦੇ ਹਾਂ ਉਹਨੂੰ ਕਹਿੰਦੇ ਰੈਵਨਿਊ ਐਕਸਪੈਂਡੀਚਰ, ਜਿਹੜਾ ਨੋਰਮਲ ਸਰਕਮਸਟਾਂਸਿਸ 'ਚ ਹੁੰਦਾ। ਅਤੇ ਜਿਹੜਾ ਆਪਾਂ ਪਰਮਾਨੈਂਟਲੀ ਕਰਦੇ ਹਾਂ ਮਤਲਬ ਕਿ ਲੌਂਗ ਟਰਮ ਲਈ ਕਰਦੇ ਹਾਂ ਉਸ ਨੂੰ ਕਹਿੰਦੇ ਆ ਕੈਪੀਟਲ ਐਕਸਪੈਂਡੀਚਰ, ਠੀਕ ਹੈ ਫਰੈਂਡਸ। ਉਸ ਨੂੰ ਕਹਿੰਦੇ ਆ ਕੈਪੀਟਲ ਐਕਸਪੈਂਡੀਚਰ। ਅਗਲਾ ਕੁਐਸਚਨ ਹੈ ਉਰੇ ਕਿਹੜਾ ਆਪਸ਼ਨ ਠੀਕ ਹੋ ਜਾਏਗਾ 14 ਦਾ, ਦੱਸੋ। ਜਿਹੜਾ ਤੁਹਾਨੂੰ ਹੁਣੇ ਦੱਸਿਆ ਸੀ ਆਪਸ਼ਨ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਡੈਫਰਡ ਰੈਵਨਿਊ ਐਕਸਪੈਂਡੀਚਰ। ਇਹ 'ਚੋਂ ਕਿਹੜਾ ਡੈਫਰਡ ਰੈਵਨਿਊ ਐਕਸਪੈਂਡੀਚਰ ਹੈ। ਮਤਲਬ ਮੈਂ ਤੁਹਾਨੂੰ ਉਰੇ ਸਮਝਾ ਦੇਵਾਂ, ਇੱਕ ਵਾਰ ਐਕਸਪਲੇਨ ਕਰ ਦੇਵਾਂ। ਡੈਫਰਡ ਰੈਵਨਿਊ ਐਕਸਪੈਂਡੀਚਰ ਮਤਲਬ ਜਿਹੜਾ ਮੇਰਾ ਹੁਣ ਤਾਂ ਖਰਚਾ ਹੈ
ਐਕਸਪੈਂਸ ਹੈ ਬਟ ਆਉਣ ਵਾਲੇ ਟਾਈਮ 'ਚ ਮੈਨੂੰ ਬਹੁਤ ਫਾਇਦਾ ਦੇਗਾ, ਇਨਕਮ ਜਨਰੇਟ ਕਰੇਗਾ ਮੇਰੇ ਲਈ, ਉਹਨੂੰ ਕਹਿੰਦੇ ਡੈਫਰਡ ਰੈਵਨਿਊ ਐਕਸਪੈਂਡੀਚਰ। ਦੱਸੋ ਇਹ 'ਚੋਂ ਕਿਹੜਾ ਆਪਸ਼ਨ ਹੈ, ਕਿਹੜੀ ਆਪਸ਼ਨ ਹੈ ਜਿਹੜੀ ਡੈਫਰਡ ਰੈਵਨਿਊ ਐਕਸਪੈਂਡੀਚਰ ਨਹੀਂ ਹੈ। ਐਕਸਪੈਂਸਿਸ ਇਨ ਦ ਕਨੈਕਸ਼ਨ ਵਿਦ ਦ ਇਸ਼ੂ ਆਫ ਦ ਇਕੁਇਟੀ ਸ਼ੇਅਰਸ, ਪੈਰੋਪਰੇਟਿਵ ਐਕਸਪੈਂਸਿਸ, ਹੈਵੀ ਐਡਵਰਟਾਈਜ਼ਮੈਂਟ ਐਕਸਪੈਂਸਿਸ ਟੂ ਇੰਟਰੋਡਿਊਸ ਅ ਨਿਊ ਪ੍ਰੋਡਕਟ, ਲੀਗਲ ਐਕਸਪੈਂਸਿਸ ਇਨਕਰਡ ਇਨ ਡਿਫੈਂਡਿੰਗ ਅ ਸੂਟ ਆਫ ਦ ਬ੍ਰੀਚ ਆਫ ਦ ਕੰਟਰੈਕਟ ਆਫ ਟੂ ਸਪਲਾਈ ਆਫ ਦ ਗੁਡਸ। ਠੀਕ ਹੈ, ਐਕਸਪੈਂਸਿਸ ਮੈਂ ਜੇ ਮੈਂ ਕੋਈ ਇਕੁਇਟੀ ਸ਼ੇਅਰ ਕਰਕੇ ਕੋਈ ਐਕਸਪੈਂਸ ਕਰ ਰਿਹਾ, ਜਾਂ ਪੈਰੋਪਰੇਟਿਵ ਐਕਸਪੈਂਸਿਸ ਕਰ ਰਹੇ ਹਾਂ, ਜਾਂ ਹੈਵੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਨਵੇਂ ਪ੍ਰੋਡਕਟ ਲਈ, ਜਾਂ ਲੀਗਲ ਐਕਸਪੈਂਸਿਸ ਕਰ ਰਿਹਾ ਜੇ ਮੇਰਾ ਕੋਈ ਕੇਸ ਕਿ ਮੈਨੇ ਆਪਣਾ ਕੇਸ ਡਿਫੈਂਡ ਕਰ ਰਿਹਾ, ਆਪਣਾ ਕੋਈ ਕੇਸ ਲੜ ਰਿਹਾ ਮੈਂ ਕਿਹਦੇ ਉੱਪਰ ਲੜ ਰਿਹਾ ਮੈਂ, ਜੇ ਕੋਈ ਕੰਟਰੈਕਟ ਹੋ ਗਿਆ ਮੇਰਾ ਸਪਲਾਈ ਆਫ ਗੁਡਸ ਦਾ ਕੰਟਰੈਕਟ ਹੋ ਗਿਆ, ਉਸ ਵਿੱਚ ਜਿਹੜਾ ਕੰਟਰੈਕਟ ਆ ਉਹ ਕਿਸੇ ਨੇ ਜਿਹੜਾ ਜਿਹਨੂੰ ਮੈਂ ਸਪਲਾਈ ਕਰ ਰਿਹਾ ਉਹ ਬੰਦੇ ਨੇ ਲੋਅ ਤੋੜ ਮਤਲਬ ਕਿ ਕੰਟਰੈਕਟ ਨੂੰ ਬ੍ਰੀਚ ਕਰਤਾ, ਬ੍ਰੀਚ ਮਤਲਬ ਤੋੜਤਾ ਉਸਨੇ, ਮਤਲਬ ਉਸਨੇ ਉਹ ਐਗਰੀਮੈਂਟ ਨੂੰ ਸਹੀ ਤਰੀਕੇ ਨਾਲ ਫੋਲੋ ਨਹੀਂ ਕੀਤਾ। ਦੱਸੋ ਇਹ 'ਚੋਂ ਕਿਹੜਾ ਐਕਸਪੈਂਸ ਹੈ ਜਿਹੜਾ ਡੈਫਰਡ ਰੈਵਨਿਊ ਐਕਸਪੈਂਡੀਚਰ ਨਹੀਂ ਹੈ। ਦੱਸੋ, ਇਹ ਹੋਏਗਾ ਡੀ ਆਪਸ਼ਨ। ਲੀਗਲ ਐਕਸਪੈਂਸਿਸ ਜਿਹੜੇ ਐਸੇ ਐਕਸਪੈਂਸਿਸ ਹੈ ਇਹਦੇ ਨਾਲ ਮੈਨੂੰ ਕੋਈ ਇੱਥੇ ਵੀ ਨਜ਼ਰ ਨਹੀਂ ਆਉਂਦਾ ਕਿ ਇਹ ਮੈਨੂੰ ਅੱਗੇ ਜਾ ਕੇ ਇਨਕਮ ਜਨਰੇਟ ਕਰਾਂਗੇ। ਇਹ ਸਿਚੁਏਸ਼ਨ ਹੈ, ਹੈਪਨਿੰਗ ਹੈ, ਠੀਕ ਹੈ ਨਾ, ਕੁਝ ਇੰਸੀਡੈਂਟ ਵਾਪਰਿਆ ਕਿਉਂਕਿ ਉਹਨੇ ਬਰੀਚ ਕੀਤਾ ਤਾਂ ਇੰਸੀਡੈਂਟ ਵਾਪਰਿਆ, ਜਿਹਦੇ ਉੱਪਰ ਮੈਂ ਕੇਸ ਲੜ ਰਿਹਾ, ਇਹਦਾ ਮੈਨੂੰ ਕੋਈ ਫਾਇਦਾ ਨਹੀਂ ਹੋਣਾ। ਠੀਕ ਹੈ ਨਾ, ਇਹ ਕੋਈ ਮੇਰਾ ਬਿਜ਼ਨਸ ਗੇਨਿੰਗ ਦਾ ਮੋਟਿਵ ਨਹੀਂ ਹੈ। ਠੀਕ ਹੈ ਨਾ, ਇਸ 'ਚ ਆ ਜਾਏਗਾ ਡੀ ਆਪਸ਼ਨ। ਵਿਚ ਆਫ ਦਿਸ ਐਰਰ ਡਜ਼ ਨੋਟ ਅਫੈਕਟ ਦੀ ਐਗਰੀਮੈਂਟ ਆਫ ਟ੍ਰਾਇਲ ਬੈਲੈਂਸ। ਦੱਸੋ ਇਹ 'ਚ ਕਿਹੜੇ ਐਰਰ ਹੈ ਜਿਹੜੇ ਇਫੈਕਟ ਨਹੀਂ ਕੱਢਦੇ ਟ੍ਰਾਇਲ ਬੈਲੈਂਸ ਨੂੰ, ਮਤਲਬ ਡੈਬਿਟ ਅਤੇ ਕ੍ਰੈਡਿਟ ਵਿੱਚ ਕੋਈ ਫਰਕ ਨਹੀਂ ਲਿਆਉਂਦੇ, ਅਮਾਊਂਟ ਦੋਨੋਂ ਸੇਮ ਮਿਲਦੀਆਂ। ਦੱਸੋ ਕਿਹੜੇ ਕਿਹੜੇ ਆਪਸ਼ਨ ਹੋਣਗੇ। ਐਰਰ ਆਫ ਪ੍ਰਿੰਸੀਪਲ ਹੋਏਗਾ, ਕੰਪਲੀਟ ਓਮਿਸ਼ਨ ਇਨ ਦਾ ਸਬਸਿਡਰੀ ਬੁੱਕ, ਕੰਪਨਸੇਟਿੰਗ ਐਰਰ, ਆਲ ਦੀ 3, ਜਾਂ ਤਿੰਨੋਂ ਹੋਣਗੇ, ਜਾਂ ਪਹਿਲਾ ਏ ਹੋਏਗਾ, ਜਾਂ ਬੀ ਹੋਏਗਾ, ਜਾਂ ਸੀ ਹੋਏਗਾ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ। ਹੋਏਗਾ ਆਲ 3 ਹੋਏਗਾ। ਐਰਰ ਆਫ ਪ੍ਰਿੰਸੀਪਲ, ਮੈਨੇ ਬਿਲਡਿੰਗ ਅਕਾਊਂਟ ਨੂੰ ਡੈਬਿਟ ਕਰਨਾ ਸੀ, ਮੈਨੇ ਰਿਪੇਅਰ ਅਕਾਊਂਟ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਮੈਨੇ ਅਮਾਊਂਟ ਸਹੀ ਪਾਈ ਹੈ ਤਾਂ ਮੈਂ ਟਰਾਇਲ ਬੈਲੈਂਸ ਮਿਲ ਜਾਏਗਾ ਉਸ ਵਿੱਚ, ਤਾਂ ਇਹਦਾ ਮਤਲਬ ਮੈਂ ਟਰਾਇਲ ਬੈਲੈਂਸ ਟੈਲੀ ਕਰ ਜਾਏਗਾ, ਮਗਰ ਗਲਤੀ ਤਾਂ ਹੈ ਤਾਂ ਵੀ। ਠੀਕ ਹੈ, ਐਰਰ ਆਫ ਪ੍ਰਿੰਸੀਪਲ, ਕੰਪਲੀਟ ਓਮਿਸ਼ਨ, ਮੈਂ ਐਂਟਰੀ ਪਾਉਣਾ ਭੁੱਲ ਗਿਆ ਤਾਂ ਵੀ ਟਰਾਇਲ ਬੈਲੈਂਸ ਕੋਈ ਫਰਕ ਨਹੀਂ ਪਏਗਾ। ਟਰਾਇਲ ਬੈਲੈਂਸ ਉਹੀ ਐਂਟਰੀ ਦਿਖਾਏਗਾ ਜੋ ਮੈਂ ਅਕਾਊਂਟਸ ਕ੍ਰੀਏਟ ਕੀਤੇ ਹਨ, ਜਿਨ੍ਹਾਂ ਦਾ ਮੈਂ ਬੈਲੈਂਸ ਚੱਕ ਕੇ ਮੈਂ ਪਾ ਰਿਹਾ। ਠੀਕ ਹੈ ਨਾ, ਉਹੀ ਅਕਾਊਂਟ ਦਿਖਾਏਗਾ। ਕੰਪਨਸੇਟਿੰਗ ਐਰਰ ਮਤਲਬ ਕਿ ਇੱਕ ਤੋਂ ਮੈਂ 500 ਲੈਣੇ ਸੀ, ਠੀਕ ਹੈ ਨਾ, ਮੈਨੇ 500 ਰੁਪਏ ਲੈਣਾ ਸੀ ਅਤੇ ਉਹਨੇ ਮੈਨੂੰ 400 ਰੁਪਏ ਹੀ ਦਿੱਤਾ, ਅਤੇ ਇੱਕ ਤੋਂ ਮੈਂ 100 ਰੁਪਏ ਲੈਣਾ ਸੀ, ਉਹਨੇ ਮੈਨੂੰ 100 ਰੁਪਏ ਦੇ ਦਿੱਤਾ। ਯਾਨੀ ਕਿ ਕੰਪਨਸੇਟਿੰਗ ਮਤਲਬ ਕਿ 500 ਲੈਣਾ ਸੀ, 400 ਹੀ ਮੈਨੇ ਡੈਬਿਟ ਕੀਤਾ, ਮਤਲਬ ਗਲਤੀ ਨਾਲ ਮੈਨੇ 400 ਰੁਪਏ ਡੈਬਿਟ ਕਰਤਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਨੇ 500 ਲੈਣਾ ਸੀ, ਮੈਨੇ 500 ਆਇਆ ਵੀ, ਮਗਰ ਮੈਂ 400 ਡੈਬਿਟ ਕਰਤਾ, ਮਗਰ ਇੱਕ ਤੋਂ ਮੈਨੇ 100 ਰੁਪਏ ਲੈਣਾ ਸੀ, ਮੈਂ 100 ਰੁਪਏ ਡੈਬਿਟ ਕਰਤਾ, ਤਾਂ ਟੈਲੀ ਕਰ ਗਿਆ ਨਾ ਇਹ, ਇਸ ਵਿੱਚ ਕੋਈ ਅਮਾਊਂਟ ਘਟੇਗੀ ਵਧੇਗੀ ਨਹੀਂ। ਠੀਕ ਹੈ, ਅੱਗੇ ਆ ਗਿਆ, ਵਿਚ ਆਫ ਦਾ ਦਿਸ ਐਰਰ ਫੈਕਟਰੀ 2 or more ਅਕਾਊਂਟਸ, ਐਰਰ ਆਫ ਕੰਪਲੀਟ ਓਮਿਸ਼ਨ, ਐਰਰ ਆਫ ਪ੍ਰਿੰਸੀਪਲ, ਐਰਰ ਆਫ ਪੋਸਟਿੰਗ ਟੂ ਦਾ ਰੋਂਗ ਅਕਾਊਂਟ। ਦੱਸੋ ਆਲ ਆਫ ਦੀ 3, 2 ਅਤੇ 3 ਅਕਾਊਂਟ ਜ਼ਿਆਦਾ ਇਫੈਕਟ ਕਰਦੇ ਹੈ, ਮਤਲਬ ਕੋਈ ਐਸਾ ਐਰਰ ਜੋ ਇੱਕ ਅਕਾਊਂਟ ਨਾਲ ਇਫੈਕਟ ਨਹੀਂ ਕਰਦਾ, 2 ਜਾਂ 3 ਅਕਾਊਂਟ ਇਫੈਕਟ ਕਰਨਗੇ। ਦੱਸੋ ਆ ਜਾਏਗਾ ਸੀ ਆਪਸ਼ਨ। ਜੇ ਮੈਂ ਕਿਸੇ ਰੋਂਗ ਅਕਾਊਂਟ ਨੂੰ ਪੋਸਟ ਕਰਦਾ, ਐਮ ਪੋਸਟਿੰਗ ਟੂ ਅ ਰੋਂਗ ਅਕਾਊਂਟ 'ਚ ਪੋਸਟ ਕਰਦਾ ਕੋਈ ਚੀਜ਼ ਮੈਂ, ਠੀਕ ਹੈ ਨਾ, ਮੈਂ ਉਹ ਅਕਾਊਂਟ ਵੀ ਕ੍ਰੀਏਟ ਹੋ ਗਿਆ, ਅਤੇ ਜਿਹੜਾ ਨੋਰਮਲ ਅਕਾਊਂਟ ਸੀ ਉਹਦੇ ਨਾਲ ਵੀ ਮੇਰੀ ਪ੍ਰੋਬਲਮ ਆ ਗਈ। ਮੈਨੇ ਕੈਸ਼ ਨੂੰ ਕਰਕੇ ਸੇਲ ਅਕਾਊਂਟ ਨੂੰ ਡੈਬਿਟ ਕਰਤਾ, ਇਹ ਅਕਾਊਂਟ ਵੀ ਇਫੈਕਟ ਪੈ ਗਿਆ, ਇਹ ਅਕਾਊਂਟ ਵੀ ਇਫੈਕਟ ਪੈ ਗਿਆ। ਠੀਕ ਹੈ, ਉਹਦੇ ਥੱਲੇ ਵਾਲੀ ਜਿਹੜੀ ਜਿਹਨੂੰ ਮੈਂ ਕਰ ਰਿਹਾ ਉਹਦੇ ਨਾਲ ਵੀ ਇਫੈਕਟ ਪੈ ਗਿਆ। ਜੇ ਸੇਲ ਕਰਤੀ ਮੈਨੇ ਤਾਂ ਸੇਲ ਵਿੱਚ ਮੈਂ ਪਲੱਸ ਵੀ ਕਰਤਾ, ਤਾਂ ਉਰੇ ਵੀ ਦੱਸਤੀ ਕਿ ਮੈਨੇ ਸੇਲ ਕੀਤੀ ਹੈ, ਯਾਨੀ ਕਿ ਦੋਨੋਂ ਅਕਾਊਂਟ ਖਰਾਬ ਹੋ ਗਏ ਮੇਰੇ। ਐਕਸਟਰਾ ਮੇਰੇ ਸੇਲ ਅਕਾਊਂਟ ਵੀ ਖਰਾਬ ਹੋ ਗਿਆ, ਜਿਸ ਪਾਰਟੀ ਨੂੰ ਮੈਨੇ ਕ੍ਰੈਡਿਟ ਕੀਤਾ ਉਹ ਵੀ ਅਕਾਊਂਟ ਐਰਰ ਵਿੱਚ ਚਲਾ ਗਿਆ, ਉਸ 'ਚ ਮੈਂ ਗਲਤੀ ਕਰਤੀ। ਅੱਗੇ ਆ ਗਿਆ, ਇਸ ਵਿੱਚ ਕਿਹੜਾ ਆ ਜਾਏਗਾ, ਸੀ ਆਪਸ਼ਨ। ਅਗਲਾ ਹੈਗਾ ਕੈਸ਼ ਬੁੱਕ ਰਿਕਾਰਡ, ਓਨਲੀ ਕੈਸ਼ ਸੇਲਸ, ਆਲ ਟਾਈਪ ਆਫ ਕੈਸ਼ ਰਿਸਿਪਟਸ ਐਂਡ ਪੇਮੈਂਟਸ, ਓਨਲੀ ਰੈਵਨਿਊ ਰਿਸਿਪਟਸ, ਓਨਲੀ ਕੈਪੀਟਲ ਰਿਸਿਪਟਸ। ਦੱਸੋ, ਇਹ ਤਾਂ ਨੋਰਮਲ ਕੁਐਸਚਨ ਹੈ, ਤੁਹਾਨੂੰ ਆਉਂਦਾ ਹੋਏਗਾ। ABCD, ਮੈਂ ਤਾਂ ਵਿੱਚ ਜਿਹੜੇ ਥੋੜ੍ਹੇ ਔਖੇ ਕੁਐਸਚਨ ਲੈ ਕੇ ਚੱਲ ਰਹੇ ਤਾਂ ਥੋੜ੍ਹੇ ਈਜ਼ੀ ਲੈ ਕੇ ਵੀ ਚੱਲ ਰਿਹਾ, ਤਾਂ ਕਿ ਤੁਹਾਨੂੰ ਆਸਾਨੀ ਰਹੇ, ਤੁਹਾਡਾ ਕੌਨਫੀਡੈਂਸ ਵਧੇ।
ठीक है ना। मगर ਜਿਹੜੇ ਨੋ ਕਮਰਸ ਸਟੂਡੈਂਟ ਹੈ ਸ਼ਾਇਦ ਉਹਨਾਂ ਲਈ ਥੋੜ੍ਹੀ ਪ੍ਰੋਬਲਮ ਹਲੇ ਤਾਂ ਨਹੀਂ ਮੈਨੂੰ ਲੱਗਦਾ ਆਉਣੀ ਚਾਹੀਦੀ, ਅਤੇ ਤਾਂ ਵੀ ਆ ਰਹੀ ਹੈ ਤਾਂ ਰਿਵੀਜ਼ਨ ਨਾਲ ਚੱਲ ਰਹੀ ਹੈ। ਰਿਵੀਜ਼ਨ ਨਾਲ ਤੁਹਾਨੂੰ ਕੋਈ ਅੱਗੇ ਪ੍ਰੋਬਲਮ ਨਹੀਂ ਆਊਗੀ, ਠੀਕ ਹੈ ਨਾ। ਨਾਲ MCQs ਦੀ ਪ੍ਰੈਕਟਿਸ ਕਰਦੇ ਰਹੋ। ਉਰੇ ਆਏਗਾ ਓਨਲੀ ਕੈਸ਼ ਸੇਲਸ, ਕੈਸ਼ ਬੁੱਕ 'ਚ ਸੋਰੀ ਉਰੇ ਆਏਗਾ all ਟਾਈਪ ਆਫ ਦੀ ਕੈਸ਼ ਰਿਸਿਪਟਸ ਐਂਡ ਪੇਮੈਂਟਸ। ਮੈਂ ਸੇਲ ਕਹਿ ਗਿਆ, ਓਨਲੀ ਨਹੀਂ ਆਏਗਾ all ਟਾਈਪਸ ਆਫ ਦੀ ਕੈਸ਼ ਰਿਸਿਪਟਸ ਐਂਡ ਪੇਮੈਂਟ। ਇਹ ਓਨਲੀ ਆ ਗਿਆ ਨਾ, ਨੈਗੇਟਿਵ ਇਫੈਕਟ ਪਾ ਜਾਂਦਾ ਆਪਾਂ ਨੇ। ਜੇ ਆਪਾਂ OD ਮੈਨੂੰ ਲਾਈਏ ਤਾਂ ਓਨਲੀ ਜਿੱਥੇ ਆ ਗਿਆ ਨਾ ਉੱਥੇ ਤੁਹਾਨੂੰ ਦੇਖਣਾ ਪਏਗਾ ਕਿ ਕੈਸ਼ ਸੇਲ ਓਨਲੀ ਕਹਿ ਰਿਹਾ, ਤਾਂ ਉਹਦੇ ਪਿੱਛੋਂ ਦੂਜੀ ਆਪਸ਼ਨਾਂ ਵੀ ਦੇਖ ਲਓ, ਤਾਂ ਉਹਦੇ all ਟਾਈਪਸ ਆਫ ਕੈਸ਼ ਰਿਸਿਪਟਸ ਕਹਿ ਰਿਹਾ। ਜਿਹੜੀ ਕੈਸ਼ 'ਚ ਮੈਨੂੰ ਪੈਸਾ ਆ ਰਿਹਾ ਜਾਂ ਮੈਂ ਪੇਮੈਂਟ ਕਰ ਰਿਹਾ, ਉਹ ਸਾਰੀਆਂ ਕੈਸ਼ ਬੁੱਕ 'ਚ ਹੀ ਆਉਣਗੀਆਂ, ਠੀਕ ਹੈ। B ਆਪਸ਼ਨ ਆ ਜਾਏਗਾ। ਇਨ ਦਾ 3 ਕਾਲਮ ਕੈਸ਼ ਬੁੱਕ ਡੈਸ਼ ਡਜ਼ ਨੋਟ ਐਗਜ਼ਿਸਟ। ਮੈਂ ਤੁਹਾਨੂੰ 3 ਕਾਲਮ ਕੈਸ਼ ਬੁੱਕ ਕਰਾਇਆ ਸੀ, ਕਿਹੜੀ ਚੀਜ਼ਾਂ ਜੋ ਐਗਜ਼ਿਸਟ ਨਹੀਂ ਕਰਦੀ, ਜਿਹੜੀ ਉਸ ਵਿੱਚ ਨਹੀਂ ਆਉਂਦੀ। ਕੈਸ਼ ਕਾਲਮ, ਬੈਂਕ ਕਾਲਮ, ਪੈਟੀ ਕੈਸ਼ ਬੁੱਕ, ਡਿਸਕਾਊਂਟ ਕਾਲਮ। ਦੱਸੋ। ਇਹ ਹੋਏਗਾ C ਆਪਸ਼ਨ। ਪੈਟੀ ਕੈਸ਼ ਬੁੱਕ ਦਾ ਅਲੱਗ ਅਕਾਊਂਟ ਬਣਦਾ, ਠੀਕ ਹੈ ਨਾ। ਕੈਸ਼ ਅਤੇ ਬੈਂਕ ਅਤੇ ਡਿਸਕਾਊਂਟ ਕਾਲਮ ਇਹ ਟ੍ਰਿਪਲ ਕਾਲਮ ਕੈਸ਼ ਬੁੱਕ ਹੈ। ਇਹ ਤਾਂ ਆਉਂਦੇ ਹੀ ਆਉਂਦੇ ਆ, ਦੋਨੋਂ ਪਾਸੇ ਆਉਂਦੇ ਆ। ਰਿਸਿਪਟ ਸਾਈਡ ਵੀ ਆਉਂਦੇ ਆ, ਪੇਮੈਂਟ ਸਾਈਡ ਵੀ ਆਉਂਦੇ ਨੇ। ਰਿਸਿਪਟ ਸਾਈਡ ਡਿਸਕਾਊਂਟ ਅਲਾਊਡ ਮੰਨਿਆ ਜਾਂਦਾ ਅਤੇ ਪੇਮੈਂਟ ਸਾਈਡ ਨਾਲ ਡਿਸਕਾਊਂਟ ਰਿਸੀਵਡ ਮੰਨਿਆ ਜਾਂਦਾ, ਠੀਕ ਹੈ ਨਾ। ਮੈਂ ਕਰਾਇਆ ਜੀ ਤੁਹਾਨੂੰ ਪਿੱਛੇ। ਵਿਚ ਕਾਲਮ ਆਫ ਦੀ ਕੈਸ਼ ਬੁੱਕ ਵਿਲ ਨੋਟ ਹੈਵ ਅ ਕ੍ਰੈਡਿਟ ਬੈਲੈਂਸ। ਕਿੱਦਾਂ ਕ੍ਰੈਡਿਟ ਬੈਲੈਂਸ ਨਹੀਂ ਹੋ ਸਕਦਾ? ਮਤਲਬ ਜੋ ਤੁਹਾਨੂੰ ਕੈਸ਼ ਬੁੱਕ ਕਰਾਇਆ ਤੁਹਾਨੂੰ ਮੈਂ ਦੱਸਿਆ ਸੀ ਕਿੱਦਾਂ ਬੈਲੈਂਸ ਕ੍ਰੈਡਿਟ ਹੋ ਹੀ ਨਹੀਂ ਸਕਦਾ। ਦੱਸੋ। ਬੈਂਕ ਕਾਲਮ, ਡਿਸਕਾਊਂਟ ਕਾਲਮ, ਕੈਸ਼ ਕਾਲਮ, ਨਨ। ਇਹਦਾ ਕੈਸ਼ ਕਾਲਮ। ਮੇਰੀ ਰਿਸਿਪਟਸ ਨਾਲੋਂ ਪੇਮੈਂਟ ਥੋੜ੍ਹਾ ਜ਼ਿਆਦਾ ਹੋ ਜਾਣਗੀਆਂ। ਮੇਰੇ ਕੋਲ ਕੈਸ਼ ਹੋਏਗਾ ਤਾਂ ਮੈਂ ਪੇਮੈਂਟਸ ਕਰਾਂਗਾ, ਅਤੇ ਇਹਦਾ ਮਤਲਬ ਪੇਮੈਂਟਸ ਵਕਤ ਮੇਰਾ ਕ੍ਰੈਡਿਟ ਬੈਲੈਂਸ ਨਹੀਂ ਹੋ ਸਕਦਾ। ਰਿਸਿਪਟਸ 'ਤੇ ਹਮੇਸ਼ਾ ਮੇਰਾ ਡੈਬਿਟ ਬੈਲੈਂਸ ਹੋਏਗਾ। ਮੇਰੇ ਕੋਲ ਪੈਸਾ ਹੋਏਗਾ ਤਾਂ ਮੈਂ ਪੇਮੈਂਟ ਕਰਾਂਗਾ ਨਾ, ਠੀਕ ਹੈ। ਤਾਂ ਉਹਦਾ ਸਿੰਪਲ ਦਾ ਫੰਡਾ ਹੈ ਕਿ ਕੈਸ਼ ਕਾਲਮ ਮੂਰੇ ਆਪਾਂ ਆਪਸ਼ਨ ਚੂਜ਼ ਕਰ ਲਾਂਗੇ ਜੇ ਆਪਾਂ ਨੂੰ ਇਹ ਪੁੱਛਿਆ ਹੋਵੇ ਕਿ ਜਿੱਦਾਂ ਕ੍ਰੈਡਿਟ ਬੈਲੈਂਸ ਨਹੀਂ ਹੋ ਸਕਦਾ, ਠੀਕ ਹੈ। ਬੈਂਕ ਕਾਲਮ ਦਾ ਹੋ ਸਕਦਾ, ਡਿਸਕਾਊਂਟ ਕਾਲਮ ਦਾ ਹੋ ਸਕਦਾ। ਡਿਸਕਾਊਂਟ ਕਾਲਮ ਦਾ ਹੋ ਹੀ ਨਹੀਂ ਸਕਦਾ ਬੈਲੈਂਸ, ਕਿਉਂਕਿ ਉਹ ਤਾਂ ਬੈਲੈਂਸ ਕਰਦਾ ਹੀ ਨਹੀਂ, ਉਹ ਤਾਂ ਸਿਰਫ ਟੋਟਲਿੰਗ ਕਰਦਾ, ਠੀਕ ਹੈ। ਟੋਟਲ ਕਰਦਾ, ਬੈਲੈਂਸਿੰਗ ਜਾਂ ਬਰੋਡ ਡਾਊਨ ਜਾਂ ਕੈਰੀ ਡਾਊਨ ਤਾਂ ਕਰਦਾ ਹੀ ਨਹੀਂ ਉਹ, ਠੀਕ ਹੈ ਨਾ। ਇਹ ਕੰਮ ਤਾਂ ਉਹ ਕਰਦਾ ਹੀ ਨਹੀਂ, ਠੀਕ ਹੈ ਨਾ। ਤਾਂ ਸਿੰਪਲ ਜਿਹਾ ਕੰਮ ਹੈ ਕਿ ਆਪਾਂ ਉਰੇ ਸਿਰਫ ਸਿੱਧਾ ਹੀ ਆਪਾਂ ਨੂੰ ਆਪਸ਼ਨ ਮਿਲ ਜਾਏਗੀ ਕੈਸ਼ ਕਾਲਮ। ਪੈਟੀ ਕੈਸ਼ ਬੈਲੈਂਸ ਇਜ਼ ਐਨ। ਪੈਟੀ ਕੈਸ਼ ਬੈਲੈਂਸ ਕੀ ਹੈ ਸਾਡਾ? ਐਸੈਟ ਹੈ, ਐਕਸਪੈਂਡੀਚਰ ਹੈ, ਲਾਇਬਿਲਿਟੀ ਹੈ ਜਾਂ ਨਨ ਹੈ? ਤਿੰਨਾਂ 'ਚ ਕੋਈ ਨਹੀਂ ਹੈ। ਇਹਦਾ ਆਂਸਰ ਆਏਗਾ ਐਸੈਟ ਹੈ, ਇੱਕ ਤਰ੍ਹਾਂ ਦਾ ਐਸੈਟ ਹੀ ਹੈ। ਪੈਟੀ ਕੈਸ਼ ਬੁੱਕ ਕੈਸ਼ ਇਨ ਹੈਂਡ ਐਸੈਟ ਹੈ, ਠੀਕ ਹੈ ਨਾ। ਦ ਪੀਰੀਓਡਿਕ ਟੋਟਲ ਆਫ ਸੇਲ ਡੇ ਬੁੱਕ ਇਜ਼ ਪੋਸਟਡ ਟੂ। ਜਿਹੜੀ ਮੇਰੀ ਸੇਲ ਡੇ ਬੁੱਕ 'ਚ ਮੈਂ ਜਿੰਨੀ ਵੀ ਟ੍ਰਾਂਜੈਕਸ਼ਨਸ ਕਰ ਰਿਹਾ ਸੇਲ ਦੀਆਂ, ਸੇਲ ਡੇ ਬੁੱਕ ਦੀਆਂ ਮੇਰੇ ਓਨ ਕ੍ਰੈਡਿਟ ਦੀਆਂ, ਉਹ ਮੈਂ ਕਿਸ 'ਚ ਪਾਵਾਂਗਾ? ਕੈਸ਼ ਸੇਲ 'ਚ ਪਾਵਾਂਗਾ, ਸੇਲ ਰਿਟਰਨ 'ਚ ਪਾਵਾਂਗਾ, ਕ੍ਰੈਡਿਟ ਸੇਲ ਅਕਾਊਂਟ 'ਚ ਪਾਵਾਂਗਾ, ਸੇਲ ਅਕਾਊਂਟ 'ਚ ਪਾਵਾਂਗਾ, ਠੀਕ ਹੈ। ਬੁੱਕ ਵਿੱਚ ਤਾਂ ਮੈਂ ਸਾਰੀ ਟ੍ਰਾਂਜੈਕਸ਼ਨ ਰਿਕਾਰਡ ਕਰ ਰਿਹਾ, ਮੈਂ ਜਿਹੜਾ ਪਰਟੀਕੂਲਰ ਸੇਲ ਅਕਾਊਂਟ ਖੋਲਾਂਗਾ ਉਸ 'ਚ ਮੈਂ ਕਿਵੇਂ ਪਾਵਾਂਗਾ? ਕਿੱਥੇ ਪਾਵਾਂਗਾ? ਮਤਲਬ ਜੇ ਪਰਟੀਕੂਲਰ ਸੇਲ ਦਾ ਅਕਾਊਂਟ ਖੋਲਾਂਗਾ ਜਾਂ ਕੈਸ਼ ਦਾ ਅਕਾਊਂਟ ਖੋਲਾਂਗਾ ਜਾਂ ਸੇਲ ਰਿਟਰਨ ਦਾ ਖੋਲਾਂਗਾ ਜਾਂ ਕ੍ਰੈਡਿਟ ਸੇਲ ਦਾ ਖੋਲਾਂਗਾ, ਕਿਹੜਾ ਅਕਾਊਂਟ 'ਚ ਮੈਂ ਪੋਸਟ ਕਰਾਂਗਾ ਇਹ ਸਾਰੀ ਐਂਟਰੀਜ਼? ਡੇ ਬੁੱਕ ਦੀ ਗੱਲ ਕਰ ਰਹੇ ਹੋ, ਇਹ ਮੈਂ ਕਰਾਂਗਾ ਸੇਲ ਅਕਾਊਂਟ ਵਿੱਚ, ਠੀਕ ਹੈ ਫਰੈਂਡਸ। ਦ ਪੀਰੀਓਡਿਕ ਟੋਟਲ ਆਫ ਪਰਚੇਸ ਡੇ ਬੁੱਕ ਇਜ਼ ਪੋਸਟਡ ਟੂ। ਦੱਸੋ। ਪਰਚੇਸਿਸ ਰਜਿਸਟਰ, ਪਰਚੇਸਿਸ ਅਕਾਊਂਟ, ਕੈਸ਼ ਪਰਚੇਸਿਸ, ਕ੍ਰੈਡਿਟ ਪਰਚੇਸਿਸ। ਇਹ ਆ ਜਾਏਗੀ ਪਰਚੇਸਿਸ ਅਕਾਊਂਟ, ਠੀਕ ਹੈ। ਆਪਾਂ ਸਿੰਪਲ ਟਰਮ 'ਚ ਪਰਚੇਸਿਸ ਅਕਾਊਂਟ ਕਹਿੰਦੇ ਹੁੰਦੇ ਆ ਜਾਂ ਸੇਲ ਅਕਾਊਂਟ ਕਹਿੰਦੇ ਹੁੰਦੇ ਆ। ਕੋਈ ਕ੍ਰੈਡਿਟ ਪਰਚੇਸ, ਕੋਈ ਕ੍ਰੈਡਿਟ ਸੇਲ ਨਹੀਂ ਕਹਿੰਦੇ ਹੁੰਦੇ ਆਪਾਂ। ਵਿਚ ਆਫ ਦਾ ਫੋਲੋਇੰਗ ਇਜ਼ ਨਾ ਰੈਵਨਿਊ ਐਕਸਪੈਂਸ। ਕਿਹੜਾ ਰੈਵਨਿਊ ਐਕਸਪੈਂਸ ਹੈ? ਰੋ ਮਟੀਰੀਅਲ ਕੰਜ਼ਿਊਮਡ, ਪਲਾਂਟ ਪਰਚੇਜ਼, ਲੌਂਗ ਟਰਮ ਲੋਨ ਰੇਜ਼ ਫਰੋਮ ਬੈਂਕ, ਸ਼ੇਅਰ ਕੈਪੀਟਲ। ਦੱਸੋ। ਇਹ ਹੋ ਜਾਏਗਾ ਰੋ ਮਟੀਰੀਅਲ ਕੰਜ਼ਿਊਮਡ, ਠੀਕ ਹੈ। ਡੇ ਟੂ ਡੇਸ ਵਿੱਚ ਹੈ, ਤੁਹਾਨੂੰ ਕਹਿੰਦੇ ਰਹੇ ਨੇ ਰੋ ਮਟੀਰੀਅਲ ਵਿੱਚੋਂ ਅਗਲਾ ਇਹ ਆਪਸ਼ਨ ਠੀਕ ਹੋ ਜਾਏਗਾ ਉਰੇ, ਠੀਕ ਹੈ ਨਾ। ਰੋ ਮਟੀਰੀਅਲ ਤੁਹਾਨੂੰ ਮੈਂ ਦੱਸ ਹੀ ਜੂਗਾ ਰੈਵਨਿਊ ਐਕਸਪੈਂਸ ਜਿਹੜਾ ਡੇ ਟੂ ਡੇ ਬੇਸਿਸ 'ਚ ਆਪਾਂ ਕਰਦੇ ਹਾਂ, ਮਤਲਬ 1 ਸਾਲ ਦੇ ਅੰਦਰ ਅੰਦਰ ਜਾਂ ਇੱਕ ਪੀਰੀਅਡ ਦੇ ਅੰਦਰ ਅੰਦਰ। ਪਲਾਂਟ ਪਰਚੇਸ, ਲੌਂਗ ਟਰਮ ਲੋਨ ਰੇਜ਼ ਫਰੋਮ ਬੈਂਕ, ਸ਼ੇਅਰ ਕੈਪੀਟਲ। ਇਹ ਤਿੰਨੋਂ ਕੀ ਹੈ? ਕੈਪੀਟਲ ਐਕਸਪੈਂਸਿਸ ਹੈ, ਠੀਕ ਹੈ। ਅਗਲਾ ਕੁਐਸਚਨ ਵਿਚ ਆਫ ਦਿਸ ਵਿਲ ਨੋਟ ਅਫੈਕਟ ਦੀ ਬੈਂਕ ਐਂਡ ਕੈਸ਼ ਬੈਲੈਂਸ। ਬੈਂਕ ਅਤੇ ਕੈਸ਼ ਬੈਲੈਂਸ ਨੂੰ ਇਹਨੂੰ ਅਫੈਕਟ ਨਹੀਂ ਕਰਦੇ, ਨਾ ਬੈਂਕ ਨੂੰ ਅਫੈਕਟ ਕਰਦੇ ਆ ਨਾ ਕੈਸ਼ ਬੈਲੈਂਸ ਨੂੰ ਅਫੈਕਟ ਕਰਦੇ ਆ। ਦੱਸੋ ਕਿਹੜੀ ਸਿਚੁਏਸ਼ਨ ਹੋਏਗੀ ਜਦੋਂ ਨਾ ਮਤਲਬ ਕਿ ਨਾ ਬੈਂਕ ਵਧੇਗਾ ਨਾ ਕੈਸ਼ ਵਧੇਗਾ, ਜਾਂ ਨਾ ਬੈਂਕ ਘਟੇਗਾ ਨਾ ਕੈਸ਼ ਘਟੇਗਾ। ਪਹਿਲੀ ਆਪਸ਼ਨ ਹੈ ਕੈਸ਼ ਰਿਸੀਵ ਫਰੋਮ ਐਕਸ ਕ੍ਰੈਡਿਟ ਟੂ ਵਾਈ, ਠੀਕ ਹੈ। ਦੂਜਾ ਪਹਿਲਾ ਹੈਗਾ ਕਿ ਮੈਨੇ ਕੈਸ਼ ਰਿਸੀਵ ਕੀਤਾ ਐਕਸ ਤੋਂ, ਮਗਰ ਮੈਨੇ ਅੱਗੇ ਵਾਈ ਨੂੰ ਕ੍ਰੈਡਿਟ ਕਰਤਾ, ਠੀਕ ਹੈ ਨਾ। ਮੈਨੇ ਵਾਈ ਨੂੰ ਕ੍ਰੈਡਿਟ ਕਰਤਾ,
मैंने वाई ਨੂੰ ਦੇਤਾ, ਵਾਈ ਦੇ ਅਕਾਊਂਟ ਵਿੱਚ ਕ੍ਰੈਡਿਟ ਕਰਤਾ। ਠੀਕ ਹੈ, ਚੈੱਕ ਇਸ਼ੂਡ ਟੂ ਏ ਬਟ ਡੈਬਿਟ ਟੂ ਬੀ, मैंने बी ਨੂੰ ਡੈਬਿਟ ਕਰਤਾ। मैंने ਚੈੱਕ ਇਸ਼ੂਡ ਕੀਤਾ ਸੀ ਏ ਨੂੰ, ਮਗਰ मैंने ਬੀ ਨੂੰ ਡੈਬਿਟ ਕਰਤਾ। ਚੈੱਕ ਡੈਬਿਟ डिपॉजिट एंड क्लीयर ऑन द सेम डेट, जे डिपॉजिट भी हो जाए तो क्लीयर भी हो जाए, यानी मेरी पेमेंट मैनू क्लीयर भी सेम डेट हो जाए, तो मैनू बैंक ते कैश बैलेंस कोई फर्क पेगा? नहीं पेगा। जे मैं डिपॉजिट भी उस दिन कर रहा तो मैं क्लीयर भी उस दिन हो रहा। दसो किहड़ा ऑप्शन ठीक होएगा? ए बी सी सारे ऑप्शन ठीक होणगे। जे मैंने कैश एक्स ਨੂੰ देता अगे वाई ਨੂੰ क्रेडिट करता ਤਾਂ ਵੀ ਤਾਂ ਕੋਈ ਇਫੈਕਟ ਨਹੀਂ ਪਏਗਾ। ਚੈੱਕ ਇਸ਼ੂ ਏ ਕੀਤਾ, मैं ਡੈਬਿਟ ਬੀ ਨੂੰ ਕਰਤਾ ਤਾਂ ਵੀ ਨਹੀਂ ਪਏਗਾ। ਕੈਸ਼ ਡਿਪੋਜ਼ਿਟ ਕਲੀਅਰ ਸੇਮ ਡੇਟ ਤਾਂ ਵੀ ਨਹੀਂ ਪਏਗਾ। ਠੀਕ ਹੈ, ਅੱਜ ਦੀ ਕੁਐਸਚਨ 25 ਸੀ। ਠੀਕ ਹੈ, ਅੱਜ ਮੈਂ ਰਿਵੀਜ਼ਨ ਕਰਾਈ ਹੈ ਤੁਹਾਨੂੰ। ਠੀਕ ਹੈ ਨਾ, ਕੱਲ੍ਹ ਮੈਂ ਟੈਸਟ ਲਵਾਂਗਾ ਤੁਹਾਡੇ ਤੋਂ ਸੰਡੇ ਨੂੰ। ਠੀਕ ਹੈ, ਸੰਡੇ ਨੂੰ 50 ਕੁਐਸਚਨ ਦਾ ਟੈਸਟ ਹੋਏਗਾ, ਤਾਂ ਹਰੇਕ ਬੱਚੇ ਨੇ ਅਟੈਂਪਟ ਜ਼ਰੂਰ ਕਰਨਾ ਅਤੇ ਆਪਣੀ ਤਿਆਰੀ ਨੂੰ ਦੇਖਣਾ ਕਿ ਕਿੱਥੇ ਕਮੀ ਰਹਿ ਰਹੀ ਹੈ। ਠੀਕ ਹੈ ਨਾ, ਅਤੇ ਜਿਹੜੇ ਬੱਚਿਆਂ ਨੂੰ ਕੋਈ ਵੀ ਕੰਸੈਪਟ 'ਚ ਪ੍ਰੋਬਲਮ ਹੈ ਉਹ ਜ਼ਰੂਰ ਕਮੈਂਟ ਕਰਨ ਕਿ ਮੈਨੂੰ ਕਿਹੜੇ ਕੰਸੈਪਟ 'ਚ ਪ੍ਰੋਬਲਮ ਆ ਰਹੀ ਹੈ। ਮੈਂ ਇੱਕ ਲੈਕਚਰ ਉਹਨਾਂ ਦੀ ਰਿਵੀਜ਼ਨ ਲਈ ਵੀ ਬਣਾਵਾਂਗਾ। ਠੀਕ ਹੈ ਨਾ, ਮੈਂ ਤੁਹਾਨੂੰ ਕਦੀ ਕਨਫਿਊਜ਼ਨ 'ਚ ਨਹੀਂ ਰੱਖਣਾ। ਠੀਕ ਹੈ, ਜਿਹੜੇ ਬੱਚਿਆਂ ਨੂੰ ਕੋਈ ਵੀ, ਜਿਹੜੇ ਮੈंने ਹੁਣ ਤੱਕ ਜਿੰਨੇ ਵੀ ਟੌਪਿਕ ਕਰਾਏ ਆ, ਕਿਸੇ ਵੀ ਟੌਪਿਕ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ, ਤੁਸੀਂ ਮੈਨੂੰ ਕਮੈਂਟ ਕਰਿਓ, ਮੈਂ ਉਸਦੀ ਰਿਵੀਜ਼ਨ, ਜੇ ਜ਼ਿਆਦਾਤਰ ਜਿਹੜੇ ਉਹ ਟੌਪਿਕ ਸੇਮ ਹਰੇਕ ਬੱਚੇ ਨੇ ਕਮੈਂਟ ਕੀਤੇ ਹੋਣਗੇ, ਮੈਜੋਰਟੀ ਜਿਨ੍ਹਾਂ ਦੀ ਹੋਏਗੀ, ਉਹ ਸਾਰੇ ਟੌਪਿਕ ਨੂੰ ਮੈਂ ਦੁਬਾਰਾ ਲੈਕਚਰ ਵਿੱਚ ਐਕਸਪਲੇਨ ਕਰ ਦਾਂਗਾ। ਇੱਕ ਲੈਕਚਰ ਲਵਾਂਗਾ ਸਪੈਸ਼ਲ, ਉਹ 'ਚ ਸਾਰੇ ਐਕਸਪਲੇਨ ਕਰ ਦਾਂਗਾ ਦੁਬਾਰਾ ਤੋਂ। ਠੀਕ ਹੈ ਫਰੈਂਡਸ, ਜੇ ਕੋਈ ਪ੍ਰੋਬਲਮ ਆਉਂਦੀ, ਜੇ ਨਹੀਂ ਆਉਂਦੀ ਤਾਂ ਵੀ ਅੱਛੀ ਗੱਲ ਹੈ। ਠੀਕ ਹੈ ਫਰੈਂਡਸ, ਅੱਜ ਲਈ ਇੰਨਾ ਹੀ। ਮੇਰੇ ਜੇ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਜ਼ਰੂਰ ਕਰਿਓ ਬੱਚਿਓ। ਆਪਣੇ ਅੱਗੇ ਤੱਕ ਪਹੁੰਚਾਉਣਾ ਨਾ ਆਪਾਂ ਨੇ, ਜਿਹੜੇ ਉਹਨਾਂ ਬੱਚਿਆਂ ਨੂੰ ਤਾਂ ਦੱਸਣਾ ਕਿ ਤਿਆਰੀ ਚੱਲ ਰਹੀ ਹੈ, ਆਪਾਂ ਵੀ ਤਾਂ ਤਿਆਰੀ ਕਰ ਰਹੇ ਹਾਂ। ਠੀਕ ਹੈ ਨਾ, ਜੇ ਵੀਡੀਓ ਸ਼ੇਅਰ ਕਰੋਗੇ ਉਹਨਾਂ ਦੀ ਹੈਲਪਫੁਲ ਹੋਏਗੀ। ਠੀਕ ਹੈ ਨਾ, ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟ ਕਰਿਓ, ਮੈਂ ਰਿਪਲਾਈ ਕਰਾਂਗਾ। ਠੀਕ ਹੈ ਫਰੈਂਡਸ, ਥੈਂਕ ਯੂ।